हाँ जी भी सारे बच्चों सत श्री अकाल सारे बच्चों ਨੂੰ आई होप कि ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਜਿਹੜੀਆਂ ਕਲਾਸਾਂ ਹੋ ਰਹੀਆਂ ਨੇ ਉਹਨਾਂ ਨੂੰ ਇੰਜੋਏ ਵੀ ਕਰ ਰਹੇ ਹੋਵੋਗੇ ਬਹੁਤ ਵਧੀਆ ਤਰੀਕੇ ਨਾਲ what is the ratio explained है ना ਅੱਜ ਆਪਣਾ ਜਿਹੜਾ ਟੌਪਿਕ ਹੈ ਜਿਹੜੀ ਨਵੀਂ ਸ਼ੁਰੂਆਤ ਹੈ ਉਹ ਰੇਸ਼ੋ ਦੀ ਹੈ ਜਿਹਨੂੰ ਆਪਾਂ ਕਹਿ ਦਿੰਨੇ ਆ ਅਨੁਪਾਤ ਸਮਾਨੁਪਾਤ ਸੋ ਤੁਹਾਡਾ ਸਾਰਿਆਂ ਦਾ पंजाब स्टडी ग्रुप के ऑनलाइन प्लेटफॉर्म पे स्वागत है कि मेरी वॉइस और वीडियो बिल्कुल साफ तानू दिख रही है किते भी किसी चीज की प्रॉब्लम तो नहीं आ रही ना लाइव सैशन दे विच ओके गुड बहुत बढ़िया भाई सो एक बार सारे ने कमेंट पढ़ लिए फिर आप क्लास शुरू करते हैं पुनीत शर्मा हरदीप सिंह परविंदर जी आ चुके हैं समनदीप तरुण मंजू दीप गगन करमजीत सिंह मानसी इंसा सुखप्रीत सिद्धू गुरमीत कौर खालसा सारिਆਂ ਨੂੰ मेरे वालों सत श्री अकाल हाँ जी मंजू जी मेरी पिक क्यों नहीं देख रही ਤੁਹਾਨੂੰ ਦੱਸ ਦਿੰਨੇ ਆ ਅਸੀਂ ਐਕਚੁਅਲੀ ਕੀ ਹੈ ਕਿ ਪਹਿਲਾਂ ਜਿੱਥੇ ਕਲਾਸ ਲੈਂਦੇ ਸੀਗੇ ਉੱਥੇ ਏਸੀ ਲੱਗਿਆ ਹੋਇਆ ਸੀਗਾ ਠੀਕ ਹੈ ਔਰ ਹੁਣ ਜਦੋਂ ਥੋੜਾ ਜਿਹਾ ਕੀ ਹੈ ਥੋੜਾ ਬਹੁਤ ਚੇਂਜ ਕੀਤਾ ਐਲਈਡੀ ਜਿਹੜੀ ਸੀਗੀ ਵੱਡੀ ਜਿਹੜੀ ਸਕਰੀਨ ਹੁੰਦੀ ਹੈ ਉਹ ਦੂਜੇ ਕਮਰੇ ਜਦੋਂ ਸੈੱਟ ਕੀਤੀ ਏਸੀ ਵਾਲੇ ਦੇ ਵਿੱਚ ਤਾਂ ਹੁਣ ਜਿਹੜਾ ਪੀਪੀਟੀਜ਼ ਜਿਹੜਾ ਸਿਸਟਮ ਹੈ ਜਿਹਨੂੰ ਆਪਾਂ ਕਹਿੰਦੇ ਨੇ ਪੈਨ ਟੈਬ ਉਹ ਦੂਜੇ ਕਮਰੇ 'ਚ ਆ ਗਿਆ ਉੱਥੇ ਬਹੁਤ ਗਰਮੀ ਹੈ ਗਾਇਜ਼ ਇਸੇ ਕਰਕੇ ਸਿਸਟਮ ਨੂੰ ਅਰੇਂਜ ਕਰਨ ਵਾਸਤੇ ਦੂਜੇ ਥਾਵਾਂ ਤੇ ਗਏ ਠੀਕ ਹੈ ਨਾ ਇਸ ਕਰਕੇ ਫੋਟੋ ਨਹੀਂ ਆ ਰਹੀ ਵਿਦਿਨ 2-3 ਡੇਜ਼ ਦੇ ਵਿੱਚ ਆਪਾਂ ਸੈੱਟ ਕਰ ਲਾਂਗੇ ਇੱਥੇ ਵੀ ਏਸੀ ਲਵਾ ਲਾਂਗੇ ਫਿਰ ਆਪਾਂ ਕੋਈ ਦਿੱਕਤ ਨਹੀਂ ਆਏਗੀ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਗਰਮੀ ਬਹੁਤ ਹੈ ਹੈਨਾ ਬਾਕੀ ਤੁਸੀਂ ਸ਼ਕਲ ਤੋਂ ਕੀ ਲੈਣਾ ਹਨਾ ਸ਼ਕਲਾਂ 'ਚ ਕੀ ਰੱਖਿਆ ਹੈ ਹਨਾ ਤੁਸੀਂ ਸਿਰਫ ਇਹ ਚੀਜ਼ ਨੂੰ ਸਿੱਖਣ ਦੀ ਕੋਸ਼ਿਸ਼ ਕਰੋ ਜਿਹੜੀ ਮੈਂ ਦੱਸ ਰਿਹਾ ਹਾਂ ਮੇਰੇ ਮੂੰਹੋਂ ਜਿਹੜੀ ਚੀਜ਼ ਤੁਹਾਨੂੰ ਸੁਣਨ ਨੂੰ ਮਿਲ ਰਹੀ ਹੈ ਉਹਨੂੰ ਗਹਿਨ ਅਧਿਐਨ ਦੇ ਰੂਪ 'ਚ ਲਓ ਰਸਦੀਪ ਜੀ ਮੈਂ ਤਾਂ ਅੱਜ ਪੀਡੀਐਫ ਭੇਜਤੀ ਸੀਗੀ ਮੈਮ ਨੂੰ ਤੁਸੀਂ ਟੀਮ ਨਾਲ ਗੱਲ ਕਰ ਲਿਓ ਤੁਹਾਡੇ ਕੋਲ ਨੰਬਰ ਹੈਗਾ ਵਾ ਮੈਂ ਉਹਨਾਂ ਨੂੰ ਸੈਂਡ ਕਰਤੀ ਸੀਗੀ ਟੋਟਲ क्वेश्चन ने 180 ਤੇ 142 ਟੋਟਲ 323 क्वेश्चन ਨੇ ਠੀਕ ਹੈ ਨਾ ਉਹ 323 क्वेश्चन ਤੁਸੀਂ ਬਹਿ ਕੇ ਆਰਾਮ ਨਾਲ ਕਰ ਲੈਣਾ बिल्कुल चलो बच्चों जी स्टार्ट करते हैं आज का सैशन आप 7:16 हो गए ने चलो जी रेशो एंड प्रोपोर्शन पहला तो सारिਆਂ ਨੂੰ पता होना चाहिए है कि की चीज है रेशो की चीज है सो सारे जने ध्यान नाल मेरे वाल देखना है नहीं ਇਹਦੇ वाल देखना स्क्रीन वाल देखो आ चीज देखो ध्यान नाल मैं गल कर रहा हां रेशो ते प्रोपोर्शन जिन्हों कहा जाता है अनुपात समानुपात की कहा जाता है अनुपात समानुपात ध्यान नाल देखो तुसी इनू कहने हो अनुपात है ना ते इनू कह देने हो समानुपात जिथे तुहानू चार बिंदु दिखते ने जिथे तुहानू चार बिंदु दिखते ने तुसी कह देने हो कि जी ए ता है समानुपात है ना और जिथे अनुपात मिलता है उत्थे तुसी इनू कह सिंगल दो बिंदु मिलते हैं उन्होंने कह देने हो तुसी अनुपात सिंपल है कोई दिक्कत वाली गल नहीं है बिल्कुल सही है गल होंदी है कि ये अनुपात समानुपात वास्तव च की है की चीज है ये वास्तव च की चीज है सो ध्यान नाल देखना आ दो अमाउंट ने 3 ते 6 ये दो अमाउंट है जिन्हों आपां कह देने हैं दो राशियां ने कितनियां ने दो राशियां ने ठीक है जी ये दो राशियां ने ध्यान रखना तो आपां कह सकते हैं दो राशियां दे जेड़े रिलेशन नूं की कहने आपां अनुपात कहने आ
ਦੋ ਰਾਸ਼ੀਆਂ ਦੇ ਰਿਲੇਸ਼ਨ ਨੂੰ ਕੀ ਕਿਹਾ ਜਾਂਦਾ ਹੈ? ਅਨੁਪਾਤ ਕਿਹਾ ਜਾਂਦਾ ਹੈ। ਆ ਦੇਖੋ ਇੱਥੇ ਵੀ ਤਾਂ ਰਾਸ਼ੀ ਹੈ, ਆ ਵੀ ਇੱਕ ਰਾਸ਼ੀ ਹੈ, ਅਮਾਉਂਟ ਹੈ। ਤੇ ਦੋ ਰਾਸ਼ੀਆਂ ਦੇ ਜਿਹੜੇ ਰਿਲੇਸ਼ਨ ਨੂੰ ਕਿਹਾ ਜਾਂਦਾ ਹੈ ਉਹ ਕੀ ਕਿਹਾ ਜਾਂਦਾ ਹੈ? ਅਨੁਪਾਤ ਕਿਹਾ ਜਾਂਦਾ ਹੈ। ਇੰਨੀ ਗੱਲ ਸਮਝ ਆ ਗਈ ਸਾਰਿਆਂ ਨੂੰ ਕਿ ਦੋ ਰਾਸ਼ੀਆਂ ਦੇ ਸੰਬੰਧ ਨੂੰ ਅਨੁਪਾਤ ਕਿਹਾ ਜਾਂਦਾ ਹੈ। ਯੈਸ ਔਰ ਨੋ? ਇਹ ਗੱਲ ਸਮਝ ਆ ਗਈ ਸਾਰਿਆਂ ਨੂੰ? फटाफट दसो। इन्नी गल सिरे चढ़ गई दिमाग च? बिल्कुल ओके। दूजे नंबर ते आउंदा है कि सर आ जिहड़े चार बिंदु होंदे ने इहनूं समानुपात क्यों कहंदे ने? इस करके कहंदे ने कि आ जिहड़ा अनुपात हुंदा है फर्स्ट टर्म एंड सेकंड टर्म, फर्स्ट और सेकंड यानी आ जिहड़ा अनुपात हुंदा है इस अनुपात दे की हुंदा है? बराबर हुंदा है। आ जिहड़ा अनुपात हुंदा है और आ जिहड़ा अनुपात हुंदा है इन्हां दोनां अनुपातां नूं जिहड़ा रिलेशन कंडक्ट करदा है ਉਹ ਰਿਲੇਸ਼ਨ ਕੀ ਕਹਿਲਾਉਂਦਾ ਹੈ? ਸਮਾਨੁਪਾਤ ਕਹਿਲਾਉਂਦਾ ਹੈ। ਕੀ ਕਹਿਲਾਉਂਦਾ ਹੈ? ਸਮਾਨੁਪਾਤ। ਤੇ ਇਹ ਗੱਲ ਧਿਆਨ ਰੱਖਣਾ, ਸਮਾਨੁਪਾਤ ਨੂੰ ਬਰਾਬਰ ਵੀ ਕਹਿ ਸਕਦੇ ਆ ਤੇ ਚਾਰ ਬਿੰਦੂ ਵੀ ਕਹਿ ਸਕਦੇ ਆ। ਮਤਲਬ ਦੋ ਰਾਸ਼ੀਆਂ ਦੇ ਸੰਬੰਧ ਨੂੰ ਤਾਂ ਅਨੁਪਾਤ ਕਿਹਾ ਜਾਂਦਾ ਹੈ ਤੇ ਦੋ ਅਨੁਪਾਤਾਂ ਦੇ ਸੰਬੰਧ ਨੂੰ ਕੀ ਕਿਹਾ ਜਾਂਦਾ ਹੈ? ਸਮਾਨੁਪਾਤ ਕਿਹਾ ਜਾਂਦਾ ਹੈ। ਕਲੀਅਰ ਹੈ ਇੱਥੋਂ ਤੱਕ? ਇਹ ਵੀ ਗੱਲ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਈ ਹੋਏਗੀ ਕਿ ਰਾਸ਼ੀਆਂ ਦੇ ਸੰਬੰਧ ਨੂੰ ਅਨੁਪਾਤ ਤੇ ਦੋ ਅਨੁਪਾਤਾਂ ਦੇ ਸੰਬੰਧ ਨੂੰ ਸਮਾਨੁਪਾਤ। ਠੀਕ ਹੈ ਜੀ। ਫਿਰ ਤੁਸੀਂ ਕਹਿੰਦੇ ਹੋ ਕਿ ਸਰ ਇਹ ਵਾਸਤਵ 'ਚ ਰੇਸ਼ੋ ਹੁੰਦਾ ਕੀ ਹੈ? ਰੇਸ਼ੋ ਕੀ ਹੁੰਦਾ ਹੈ? ਧਿਆਨ ਨਾਲ ਜਦੋਂ ਤੁਸੀਂ ਪਹਿਲੀ ਸਕਰੀਨ ਤੇ ਗਏ ਸੀਗੇ ਤੁਹਾਡੇ ਸਾਹਮਣੇ ਆ ਦੇਖੋ ਧਿਆਨ ਨਾਲ, ਆ ਰੇਸ਼ੋ ਹੈ। ਮੈਂ ਲਿਖਿਆ 2:3 ਤੇ ਇਹਨੂੰ ਮੈਂ ਲਿਖ ਦਿੰਦਾ ਵਾ 2/3 ਲਿਖਦਾ। ਇਹ ਬਟਾ ਵਾਲੀ ਰਕਮ ਵੀ ਅਨੁਪਾਤ ਹੀ ਹੁੰਦੀ ਹੈ, ਯਾਨੀ ਭਾਗ ਦਾ ਮਤਲਬ ਵੀ ਅਨੁਪਾਤ ਹੀ ਹੁੰਦਾ ਹੈ। ਭਾਗ ਦਾ ਮਤਲਬ ਵੀ ਕੀ ਹੁੰਦਾ ਹੈ? ਅਨੁਪਾਤ ਹੀ ਹੁੰਦਾ ਹੈ। ਆ ਦੇਖੋ ਆ ਜਿਹੜਾ ਰੰਗ ਹੈ ਇਹਨੂੰ ਬੋਲਿਆ ਜਾਂਦਾ ਹੈ ਪਾਰਟ ਤੇ ਆ ਜਿਹੜਾ ਰੰਗ ਹੁੰਦਾ ਹੈ ਗੁਲਾਬੀ ਇਹਨੂੰ ਬੋਲਿਆ ਜਾਂਦਾ ਹੋਲ। ਹੋਲ ਮਤਲਬ ਵੀ ਟੋਟਲ ਆਪਣੇ ਕੋਲੇ ਕਿੰਨੇ ਨੇ ਪਾਰਟ? 3 ਤੇ 3 ਦੇ ਵਿੱਚੋਂ ਕਿੰਨੇ ਪਾਰਟ ਦੀ ਗੱਲ ਹੋ ਰਹੀ ਹੈ? 2 ਪਾਰਟ ਦੀ ਗੱਲ ਹੋ ਰਹੀ ਹੈ। ਕਲੀਅਰ ਹੈ? ਯੈਸ ਔਰ ਨੋ? ਇਹ ਵੀ ਗੱਲ ਸਮਝ ਆ ਗਈ ਸਾਰਿਆਂ ਨੂੰ ਕਿ ਅਨੁਪਾਤ ਦਾ ਮਤਲਬ ਇਹ ਹੁੰਦਾ ਹੈ ਕਿ ਥੱਲੇ ਵਾਲਾ ਜਿਹੜਾ ਹਿੱਸਾ ਹੈ ਉਹ ਤਾਂ ਹੈਗਾ ਟੋਟਲ, ਹੋਲ ਆਫ ਦਾ ਵਰਡ, ਹੈਨਾ, ਪੂਰੇ ਵਰਡ ਦੀ ਗੱਲਬਾਤ। ਤੇ ਜਿਹੜਾ ਉੱਪਰ ਵਾਲੀ ਗੱਲਬਾਤ ਹੁੰਦੀ ਹੈ ਉਹ ਕਿਹੜੀ ਗੱਲਬਾਤ ਹੁੰਦੀ ਹੈ? ਸਿਰਫ ਪਾਰਟ, ਕਿ 3 ਦੇ ਵਿੱਚੋਂ 2। ਇਹ ਤੁਸੀਂ ਫ੍ਰੈਕਸ਼ਨ ਦੇ ਵਿੱਚ ਵੀ ਸਮਝਿਆ ਸੀਗਾ ਸਾਰਿਆਂ ਨੇ। ਇਜ਼ ਦੈਟ ਕਲੀਅਰ? ਇੱਥੋਂ ਤੱਕ ਮੈਨੂੰ ਪਤਾ ਲੱਗ ਗਿਆ ਵੀ ਸਾਰਿਆਂ ਨੂੰ ਕਲੀਅਰ ਹੈ। ਦੂਜੀ ਚੀਜ਼ ਆਪਾਂ ਅੱਗੇ ਗੱਲ ਕਰਦੇ ਹਾਂ ਕਿ ਇਹਦੇ ਵਿੱਚ ਜਿਹੜੇ ਆ ਚਾਰ, A ਨੂੰ ਮੈਂ ਬੋਲ ਦਿੰਦਾ A, ਇਹਨੂੰ ਬੋਲ ਦੇਣਾ B, ਇਹਨੂੰ C ਬੋਲ ਦੇਣਾ ਤੇ ਇਹਨੂੰ D ਬੋਲ ਦੇਣਾ। ਇਹ ਜਿਹੜੇ ਚਾਰ ਬੰਦੇ ਦੇ ਰੱਖੇ ਨੇ, 4 ਪੁਆਇੰਟ ਦੇ ਰੱਖੇ ਨੇ, ਇਹਨਾਂ ਵਿੱਚੋਂ ਜਿਹੜਾ ਪਹਿਲਾ ਤੇ ਜਿਹੜਾ ਲਾਸਟ ਹੁੰਦਾ ਹੈ ਇਹਨੂੰ ਐਕਸਟ੍ਰੀਮ ਵੈਲਿਊ ਕਿਹਾ ਜਾਂਦਾ ਹੈ। ਕੀ ਕਿਹਾ ਜਾਂਦਾ ਹੈ? ਐਕਸਟ੍ਰੀਮ ਵੈਲਿਊ। ਧਿਆਨ ਰੱਖਣਾ, ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਮਿਸ਼ਰਾ ਅਨੁਪਾਤ। ਕੀ ਕਹਿ ਦਿੰਦੇ ਆ? ਮਿਸ਼ਰਾ ਅਨੁਪਾਤ। ਕਲੀਅਰ? ਕੀ ਕਹਿ ਦਿੰਦੇ ਆਪਾਂ? ਮਿਸ਼ਰਾ ਅਨੁਪਾਤ ਕਹਿ ਦਿੰਦੇ ਆ। ਯਾਨੀ A ਔਰ D ਦੀ ਜਿੱਥੇ ਵੀ ਗੱਲ ਆਏਗੀ ਨਾ ਤੁਹਾਨੂੰ ਪੁੱਛ ਲੈਂਦਾ ਹੈ A ਅਨੁਪਾਤ D ਕੀ ਹੋਏਗਾ, ਤਾਂ ਤੁਸੀਂ ਯਾਦ ਰੱਖਣਾ ਹੈ ਕਿ ਇਹਦਾ ਮਤਲਬ ਹੈ ਤੁਹਾਨੂੰ ਕੀ ਪੁੱਛ ਰਿਹਾ ਹੈ? ਐਕਸਟ੍ਰੀਮ ਵੈਲਿਊ ਪੁੱਛ ਰਿਹਾ ਹੈ। ਜਾਂ ਤੁਸੀਂ ਕਹਿ ਦਿਓ ਕਿ ਮਿਸ਼ਰਾ ਅਨੁਪਾਤ ਪੁੱਛ ਰਿਹਾ ਹੈ। ਕੀ ਪੁੱਛ ਰਿਹਾ ਹੈ? ਮਿਸ਼ਰਾ ਅਨੁਪਾਤ ਪੁੱਛ ਰਿਹਾ ਹੈ। ਇਜ਼ ਦੈਟ ਕਲੀਅਰ? ਇਹ ਛੋਟੀ ਛੋਟੀ ਗੱਲਾਂ ਨੇ ਜਿਹੜੇ ਤੁਹਾਨੂੰ ਯਾਦ ਰੱਖਣੀਆਂ ਅੱਗੇ ਕੁਐਸਚਨਾਂ ਵਾਸਤੇ। ਚਲੋ ਜੀ, ਇਹ ਫਿਰ ਉਹੀ ਚੀਜ਼ ਆ ਗਈ ਜਿਹੜੀ ਆਪਾਂ ਕਰ ਰਹੇ ਸੀ ਪਹਿਲਾਂ ਵੀ। ਕੀ ਚੀਜ਼? ਮੈਮੋਰਾਈਜ਼ ਸਮ ਫ੍ਰੈਕਸ਼ਨਲ ਵੈਲਿਊਜ਼ ਐਂਡ ਪਰਸੈਂਟੇਜ ਵੈਲਿਊ। ਯਾਨੀ ਕਹਿਣ ਦਾ ਭਾਵ ਇਹ ਹੋਇਆ ਕਿ ਤੁਹਾਨੂੰ ਜਦੋਂ 50% ਦੀ ਗੱਲ ਕਰੇਗਾ ਤਾਂ ਤੁਹਾਨੂੰ ਪਤਾ ਹੈ ਕਿ ਉਹਨੂੰ 1/2 ਕਹਿੰਦੇ ਨੇ, ਔਰ 1/2 ਦੀ ਵੈਲਿਊ ਦਾ ਮਤਲਬ ਹੁੰਦਾ ਹੈ ਕਿ ਥੱਲੇ ਕੀ ਹੈ? ਟੋਟਲ। ਔਰ ਕਿੰਨੇ ਪਾਰਟ ਦੀ ਗੱਲ ਹੋ ਰਹੀ ਹੈ? 1 ਪਾਰਟ ਦੀ। ਇਹ ਗੱਲ ਤੁਹਾਨੂੰ ਸਾਰਿਆਂ ਨੂੰ ਦੱਸੀ ਸੀ ਮੈਂ, ਇਹ ਤੁਸੀਂ ਯਾਦ ਵੀ ਕਰਨੀ ਹੈ ਕਿ 50% ਦਾ ਮਤਲਬ 1/2 ਹੁੰਦਾ ਹੈ, 33% ਦਾ ਮਤਲਬ 1/3 ਹੁੰਦਾ ਹੈ, 25% ਦਾ ਮਤਲਬ 1/4 ਹੁੰਦਾ ਹੈ, 20% ਦਾ ਮਤਲਬ 1/5 ਹੁੰਦਾ ਹੈ, 16 ਸਹੀ 2/3 ਦਾ ਮਤਲਬ 1/6 ਹੁੰਦਾ ਹੈ, 14 ਸਹੀ 2/7 ਦਾ ਮਤਲਬ 1/7 ਹੁੰਦਾ ਹੈ, 12.5% ਦਾ ਮਤਲਬ 1/8 ਹੁੰਦਾ ਹੈ, 11 ਸਹੀ 1/9 ਦਾ 1/9 ਹੁੰਦਾ ਹੈ, 10% ਦਾ ਮਤਲਬ 1/10 ਹੁੰਦਾ ਹੈ, 9 ਸਹੀ 1/11 ਦਾ ਮਤਲਬ 1/11 ਹੁੰਦਾ ਹੈ, 8 ਸਹੀ 1/3 ਦਾ ਮਤਲਬ 1/12 ਹੁੰਦਾ ਹੈ, ਹੈਨਾ।
उस तो बाद विच किन्ने आ गया अपने कोले 7 सही 9/13 का मतलब कितना होंदा है 1/13 होंदा है। क्लीयर है इथों तक? यानी कहने का भाव है कि ये तुसी याद कर लियो सारी दी सारी टर्म्स। ये जो तुसी सारी टर्म्स याद कर लोगे तो ये मनो भी क्वेश्चन तुहाडा 90% सॉल्व हो गया। और जे तुसी कहने हो नहीं सर असी याद नहीं कर सकते तो फिर तुहानू ये बनानी होनी चाहिए है। जिवें आ 20% लिखा तो इस 20% नू तुसी खोलोगे, पहला खोलोगे तो 20 बटा की लिखोगे 100, 20 बटा की लिखोगे 100, यानी 20 एकम 20 ते 20 पंजा 100। आ गई गल समझ? उसी तरह जिवें तुसी तुहानू कहता 1/3/20 जे 15% आ गया तो 15% नू खोलोगे तो की बोलोगे 15/100, यानी 5 तीए 15 5 दूनी 10 1/20। आ गई गल समझ सारे नू? फटाफट दसो। और आज थोड़ा यार ध्यान रखना भी, आज थोड़ा नेटवर्क इशू आ सकता है क्योंकि बाहर मौसम भी खराब है और प्लस दे विच मैनूं पता है कि नेटवर्क इशू पहले वाली क्लासां विच भी आज आया सीगा। हाँ जी दसो भी इत्थों तक सारिਆਂ ਦਾ क्लियर है ना? जिन्ना भी मैं हुण तक दस्सिया इत्थों तक सारिਆਂ ਦਾ क्लियर है? ओके गुड ऑल ऑफ यू। चलो जी हुण आपां शुरुआत करते हैं अज दे पहले स्टैप की। जिहड़ा अपना पहला स्टैप है वो है बेसिक नॉलेज ऑफ रेशो। यानी तुहानू बेसिक नॉलेज की गल करेगा हुण और तुहानू बेसिक नॉलेज का ज्ञान होना चाहिए रेशो दे विच। मैं जिन्ने भी हुण थोरम दसूंगा ये सारी थोरम तुसी याद रखनी है आपकी कॉपी दे विच भी ते नाले आपदे दिमाग दे विच भी। की चीज सब तो पहली थोरम, सब तो पहली जिहड़ी थोरम है वो तुहानू इस तरीके नाल क्वेश्चन बनेगा। देखियो ध्यान नाल, ए अनुपात बी इज इक्वल टू 2:3, बी अनुपात सी इज इक्वल टू 4:5, सी अनुपात डी इज इक्वल टू 1:3। ता दसो कि ए बी सी डी की है? क्लियर है जी? यानी ए बी का मान 2:3 देता आपां नू, बी सी का मान 4:5 देता आपां नू, सी डी का मान देता आपां नू 1:3 और फिर आपां नू कहता कि ए बी सी डी दसो। तो एक बारी तुसी किसी ने भी क्वेश्चन नहीं करना, जेड़ी चीज मैं दसना चाहना वो ध्यान नाल देखो सारे बच्चे, सारे बच्चे ध्यान नाल देखो। एक क्वेश्चन मैं होर लिखदा जिवें तुहानू एवें भी दे सकदा है, ए अनुपात बी इज इक्वल टू 1:4, बी अनुपात सी इज इक्वल टू 2:5। ता दसो ए बी सी की है? ए पूछ सकते हैं अपन, ए बी सी की है? क्लियर है? हुण देखो ध्यान नाल, पहला मैं आ क्वेश्चन कराना, पहला ਇਹਦੇ कई तरीके ने तुसी कर सकते हो, ਤੁਹਾਨੂੰ ਜਿਹੜਾ तरीका चंगा लगे ना तुसी ਉਹ करो। ਤੁਹਾਡੇ वास्ते ਇਹ नहीं है भी यही लाओ, मैं 3 तरीकों ਦੇ ਵਿੱਚ ਦੱਸੂਗਾ क्वेश्चन, तुसी ਤਿੰਨਾਂ ਚੋਂ ਜਿਹੜਾ तरीका ਲਾਉਣਾ ਹੋਏਗਾ ना ਉਹ ਲਾਓ। क्लियर? ਜਿਹੜਾ ਤੁਹਾਨੂੰ बहुत चंगा लगे वही लाओ। यस पहले तरीके की गल करदा मैं। पहला तरीका यह है भी तुसी सीधा सीधा ए बी सी लिख लो। ਜਿਹੜਾ ਉਹਨੇ ਪੁੱਛਿਆ ए बी सी किथे गई सी है ना, जिंदगी दे मजे लैण पब गई सी है ना। ए बी सी आपां नू ए बी सी करना है। हुण देखो ए बी का मान कितना है 1:4 है। कितना है 1:4 है। आ लो जी 1:4 लिखता मैं। फिर देखो बी सी का मान कितना है, बी सी का मान है 2:5। आ लो जी 2:5। जैवें उन्हें बोलिया मैं उवें लिखा ना, उन्हें ए बी का मान लिखा 1:4, मैं 1:4 लिखता।
ਉਹਨੇ BC ਦਾ मान 2:5 ਕਿਹਾ, मैं 2:5 ਲਿਖਤਾ। ਹੁਣ ਉਹਨੇ ਪੁੱਛਿਆ ABC ਦੱਸੋ। ਤੁਸੀਂ ਕੀ ਕਰੋ, ਥੱਲੇ ਇੱਕ ਲਾਈਨ ਮਾਰੋ। ਲਾਈਨ ਮਾਰ ਕੇ ਕੀ ਕਰਨਾ, ਦੇਖੋ ਇਹਨੂੰ ਇਹਦੇ ਨਾਲ, ਇਹਨੂੰ ਇਹਦੇ ਨਾਲ ਤੇ ਇਹਨੂੰ ਇਹਦੇ ਨਾਲ, ਜਿਹਨੂੰ ਆਪਾਂ ਉਲਟਾ n ਕਹਿ ਦਿੰਦੇ ਆ ਜਾਂ ਉਲਟਾ z ਕਹਿ ਦਿੰਦੇ ਆ। ਦੇਖੋ ਹੁਣ ਇੱਕ ਨੂੰ 2 ਦੇ ਨਾਲ ਮਲਟੀਪਲਾਈ ਕੀਤਾ ਤਾਂ ਕਿੰਨਾ ਆਇਆ, 2 ਆ ਗਿਆ। ਇੱਕ ਨੂੰ 2 ਦੇ ਨਾਲ ਮਲਟੀਪਲਾਈ ਕੀਤਾ ਤਾਂ ਕਿੰਨਾ ਆ ਗਿਆ, 2। 4 ਨੂੰ 2 ਦੇ ਨਾਲ ਮਲਟੀਪਲਾਈ ਕੀਤਾ ਤਾਂ ਕਿੰਨਾ ਆ ਗਿਆ, 8। और 4 ਨੂੰ 5 ਦੇ ਨਾਲ ਮਲਟੀਪਲਾਈ ਕੀਤਾ ਤਾਂ ਕਿੰਨਾ ਆ ਗਿਆ, 20। ਕਲੀਅਰ। ਯਾਨੀ ਆਪਣਾ ਜਿਹੜਾ ਰੇਸ਼ੋ ਬਣ ਸਕਦਾ ਹੈ ਉਹ ਕੀ ਬਣ ਸਕਦਾ ਹੈ, 2 ਏਕਮ 2, 2 ਏਕਮ 2, 2 ਚੌਕੇ 8 ਤੇ 2 ਤਾਇਆ 20। ਯਾਨੀ ਆਪਣਾ ਜਿਹੜਾ ਰੇਸ਼ੋ ਬਣ ਸਕਦਾ ਹੈ ਉਹ ਬਣ ਸਕਦਾ ਹੈ 1:4:10। ਦੱਸੋ ਵੀ पहली थ्योरम समझ आई कि नहीं आई, फटाफट दस्यो पहली थ्योरम समझ आई कि नहीं आई कि तुहानू उल्टा n बना देना है, 1 दूनी दूनी 2 चौके 8 ते 4 5 20। पहली थ्योरम सिर्फ ABC जो पूछता है उदों कामयाब है ना। जो ABCD पूछता है तो यह थ्योरम थोड़ी जी वड्डी हो जाती है। कैवें, ध्यान नाल देखना, A B C D। यस, AB का मान कितना है, 2:3। BC का मान कितना है, 4:5। हुण तुसीं CD नहीं लिखोगे क्योंकि आपां ABC ही कढना सीखिया है, तो आपां पहला ABC ही कढांगे। इहदे विच कितना आएगा, 4 दूनी 8, 4 तीए 12 और उस तो बाद 5 तीए 15। कितना आ गया, 8 12 15 आ गया ABC का मान। किहदा मान आ गया, ABC का मान आ गया 8 12 15। हुण आपां नूं पता है CD का मान कितना है, 1:3। आ लो जी 1:3। दोबारा फिर वही नियम लाना है, सेम टू सेम डिटो। आ लो जी 8 एकम 8, 8 एकम 8, अगे चलो जी सैकेंड नंबर ते 12 एकम 12, थर्ड नंबर ते 15 एकम 15 और 15 दिए कितना हो गया, 45। यानी कि ABCD का मान कितना आ गया, 8:12:15:45 आ गया। दसो भाई ये दोनों थीम समझ आई कि नहीं आई, फटाफट दसो दोनों थीम समझ आई कि नहीं आई। पहली कंडीशन जी दसना चाहना मैं, बेसिक नॉलेज ऑफ रेशो। फटाफट दसो सारे जने। सेम कंसैप्ट लाया, इथे ABC सीगा तो ABC लाता, इथे ABCD सीगा तो मैं ABC पहला बनाया, फिर उस तो बाद CD रखा और फिर मल्टीप्लाई सेम तरीके नाल कीता। ओके, तो ये सीगा जी अपना पहला कंसैप्ट। हुण चलते हैं दूजे कंसैप्ट ते। दूजा कंसैप्ट की है कि क्लास दे विच मात्र 4-5 जने ने जिहड़े क्लास ला रहे ने। चलो जी दूजा जिहड़ा कंसैप्ट है वो देखो ध्यान नाल, वो की है, वो इत्थे देखो पहला दा A B C की दिता है आपां नूं, AB का मान 1:4 दिता है ते BC का मान 2:5 दिता है। मैं की करूंगा, मैनू पता है कि मैनू इनू बराबर करना है B नू, मैनू की करना है B नू बराबर करना है। तो मैं की करूंगा, B नू बराबर करने वास्ते जे मैं इनू 1 नाल मल्टीप्लाई करदा और इनू 2 दे नाल मल्टीप्लाई करदा तो देखो 2 दूनी 4 ते 4 एकम 4 बराबर हो गया कि नहीं हो गया, हो गया ना। तो मैं इनू बराबर करने दा सोचूंगा बस, किनू, सिर्फ B नू। आ भी कंसैप्ट वही है, मैं बराबर ही कीता है और ये भी कंसैप्ट वही है, मैं बराबर ही करना है। तो देखो कितना आया, इनू सोल्व करांगे तो कितना आएगा 4, क्योंकि 2 दूनी 4 4 एकम 4, ऊपर वाले नू 1 ना ही करना है तो 1 एकम 1।
और 2 दूनी 4 ਸੀਗਾ ਤੇ 5 दूनी ਕਿੰਨਾ ਹੋਇਆ 10। मतलब इस 2 ਨੂੰ ਇਹਨਾਂ ਦੋਨਾਂ ਨਾਲ ਮਲਟੀਪਲਾਈ ਕਰਨਾ ਹੈ और इस 1 ਨੂੰ ਇਹਨਾਂ ਦੋਨਾਂ ਨਾਲ ਮਲਟੀਪਲਾਈ ਕਰਨਾ ਹੈ ਤਾਂ ਆਪਣੇ ਕੋਲੇ ਕਿੰਨਾ ਆ ਗਿਆ 1 4 10 ਆ ਗਿਆ। ਦੇਖੋ ਆ ਰਿਹਾ 1 4 10 ਇਹਦੇ ਵਿੱਚ ਡਾਇਰੈਕਟ ਆ ਗਿਆ। ਬਸ ਗੱਲ ਇੰਨੀ ਜੀ ਹੈ ਕੀ ਆ ਗਿਆ ਇਹਦੇ ਵਿੱਚ ਡਾਇਰੈਕਟ ਆ ਗਿਆ। ਇਹ ਵੀ ਗੱਲ ਸਮਝ ਆਈ ਕਿ ਨਹੀਂ ਆਈ फटाफट ਦੱਸੋ ਸਾਰੇ ਜਣੇ ਇਹ ਵੀ ਗੱਲ समझ आई कि नहीं आई आ गई या नहीं आई फटाफट दसो भी क्लियर बहुत बढ़िया यानी ਆਪਾਂ ਨੂੰ b ਨੂੰ ਬਰਾਬਰ ਕਰਨਾ ਹੁੰਦਾ ਹੈ। ਇੱਥੇ ਵੀ ਸੇਮ ਉਹੀ ਕਨਸੈਪਟ ਲੱਗੇਗਾ 2:3 ਤੇ 4:5 ਪਹਿਲਾਂ b ਨੂੰ ਕੰਪਲੀਟ ਕਰੋ। b ਨੂੰ ਕੰਪਲੀਟ ਕਰਨ ਵਾਸਤੇ ਕੀ ਕਰਨਾ ਹੈ ਸੇਮ ਉਹੀ ਕਨਸੈਪਟ ਚਲੋ देखना सारे जने सेम कंसेप्ट ਇਹਨੂੰ ਕਰ ਦੋ ਕਿਹਦੇ ਨਾਲ 4 ਦੇ ਨਾਲ ਇਹਨੂੰ ਕਰ ਦੋ ਕਿਹਦੇ ਨਾਲ 3 ਦੇ ਨਾਲ ਕਿੰਨਾ ਆ ਗਿਆ ਇਹ ਆ ਗਿਆ ਜੀ 4 दूनी 8 4 ਤੀਏ 12 ਇੱਥੇ ਵੀ 12 ਹੀ ਆਏਗਾ 5 ਤੀਏ 15 ਆਪਣੇ ਕੋਲੇ ਆ ਗਿਆ ABC ਦਾ मान ਹੁਣ ABC ਦੇ मान ਆਉਣ ਤੋਂ ਬਾਅਦ ਆਪਾਂ ਨੂੰ CD ਦਾ मान ਕੱਢਣਾ ਹੈ। CD ਦਾ मान ਕਿੰਨਾ ਹੈ 1:3 फिर दोबारा ਇਹਨੂੰ ਬਰਾਬਰ ਕਰਨਾ ਹੈ ਇਹਨੂੰ ਬਰਾਬਰ ਕਰਨਾ ਹੈ ਤੇ ਇਹਨੂੰ ਮੈਂ ਕਰ ਦੇਣਾ 1 ਨਾਲ ਮਲਟੀਪਲਾਈ और ਇਹਨੂੰ ਕਰ ਦੇਣਾ ਕਿਹਦੇ ਨਾਲ ਮਲਟੀਪਲਾਈ 15 ਨਾਲ ਕੀ ਆਇਆ 8 एकम 8 12 एकम 12 15 एकम 15 ਤੇ 15 ਤੀਏ 45 ਕਿੰਨਾ ਆ ਗਿਆ 15 ਤੀਏ 45 ਦੱਸੋ ਵੀ ਦੋਨੋਂ ਕਨਸੈਪਟ ਕਲੀਅਰ ਹੋਏ। ਇਹ ਆਪਣਾ ਸੀਗਾ ਪਹਿਲਾ ਕਨਸੈਪਟ ਦੂਜਾ ਕਨਸੈਪਟ ਹੋ ਗਿਆ। ਹੁਣ ਤੀਜਾ ਕਨਸੈਪਟ ਜਿਹੜਾ ਮੇਰਾ ਸਭ ਤੋਂ ਫੇਵਰਿਟ ਕਨਸੈਪਟ ਹੈ। ਇਹ ਪਹਿਲਾ ਕਨਸੈਪਟ ਇਹ ਦੂਜਾ ਕਨਸੈਪਟ ਪਹਿਲਾ ਤਾਂ ਦੂਜਾ ਦੋਨੋਂ ਜੁੜਵਾ ਨੇ ਬਸ ਪਹਿਲਾ ਤੇ ਦੋਨੋਂ ਜੁੜਵਾ ਨੇ ਬਸ ਥੋੜਾ ਬਹੁਤ ਹੀ ਫਰਕ ਹੈ ਬਰਾਬਰ ਕਰਨਾ ਹੁੰਦਾ ਹੈ। ਕੀ ਤੁਹਾਨੂੰ ਪਹਿਲਾ ਔਰ ਦੂਜਾ ਸਮਝ ਆ ਗਿਆ ਫਿਰ ਹੀ ਆਪਾਂ ਚੱਲਾਂਗੇ ਤੀਜੇ ਵੱਲ फटाफट दसो भी जल्दी जी दसो भी सारे जने ये चीज समझ आई कि नहीं आई ओके बहुत बढ़िया भी हुण देखो सारे जने ये सब तो फेवरेट कंसेप्ट है और ये सेल्फ मेड है सेल्फ मेड ट्रिक्स कह लो या लॉजिक कह लो। ध्यान नाल देखना तुसी की करना है ए बी सी ते डी पूरा पूरा लिख लो लिख लिया हुण जिवें जिवें दिता होया उवें उवें लिख दो जिवें जिवें दिता होया उवें उवें लिख दो। देखना 2:3 BC का मान कितना है 4:5 CD का मान कितना है 1:3 AB की थां ते AB BC की थां ते BC ते CD की थां ते CD क्लियर सारिਆਂ ਨੂੰ ਹੁਣ ਤੁਸੀਂ ਕੀ ਕਰਨਾ ਹੈ ਧਿਆਨ ਨਾਲ ਦੇਖਣਾ ਵੀ ਜਿਹੜੀ ਚੀਜ਼ ਸਮਝ ਗਿਆ ਉਹਦਾ ਉੱਤਰ ਆ ਗਿਆ ਸਮਝ ਲਓ। ਤੁਸੀਂ ਕੀ ਕਰਨਾ ਹੈ ਜਿਹੜੇ ਥਾਂ ਤੁਹਾਨੂੰ ਖਾਲੀ ਦਿਖ ਰਹੇ ਨੇ ਦੇਖੋ ਆ ਖਾਲੀ ਹੈ ਆ ਵੀ 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 ਖਾਲੀ ਹੈ ਨਾ ਤੁਸੀਂ ਇਹ ਭਰਨੇ ਨੇ ਬਸ ਕਿਵੇਂ ਭਰਨੇ ਨੇ ਧਿਆਨ ਨਾਲ ਦੇਖਣਾ ਸਾਰੇ ਜਣੇ। ਤੁਸੀਂ ਪਹਿਲੀ ਲਾਈਨ ਦੇਖੋ ਹੁਣ ਆ ਪਹਿਲੀ ਲਾਈਨ ਦੇ ਵਿੱਚ ਆ ਦੋ ਥਾਂ ਖਾਲੀ ਨੇ ਨਾ ਜਦੋਂ ਪਹਿਲੀ ਲਾਈਨ ਦੇ ਵਿੱਚ ਆ ਦੋ ਥਾਂ ਖਾਲੀ ਨੇ ਤੁਸੀਂ ਇਹ ਦੇਖੋ ਕਿ ਜਿਹੜੇ ਦੋ ਥਾਂ ਖਾਲੀ ਨੇ ਉਹਨਾਂ ਤੋਂ ਪਹਿਲਾ ਕੀ ਹੈ 3 ਹੈ ਜੀ ਆ ਲਓ ਜੀ ਇੱਥੇ ਵੀ 3 ਭਰ ਦੋ ਇੱਥੇ ਵੀ 3 ਭਰ ਦੋ ਥਾਂ ਭਰਤਾ ਆਪਾਂ। ਹੁਣ ਅੱਗੇ ਚਲੋ ਹੁਣ ਤੁਹਾਨੂੰ ਪਤਾ ਹੈ ਜੀ ਇਸ ਸੈਕਿੰਡ ਲਾਈਨ ਦੇ ਵਿੱਚ ਵੀ ਦੋ ਥਾਂ ਖਾਲੀ ਨੇ ਇੱਕ ਤਾਂ ਇਸ 4 ਤੋਂ ਪਹਿਲਾਂ ਔਰ ਇੱਕ ਇਸ 5 ਤੋਂ ਬਾਅਦ ਤਾਂ ਬਸ ਗੱਲ ਖਤਮ। ਇਸ 5 ਤੋਂ ਬਾਅਦ 5 ਲਿਖ ਦੋ ਇਸ 4 ਤੋਂ ਪਹਿਲਾਂ 4 ਲਿਖ ਦੋ यस या नो
उस तो बाद देखो ध्यान नाल, इधर देखो ध्यान नाल, हुण तुहानूं पता है इहदे इधरले बन्ने दो खाली पे ने, तो आपां नूं पता है जी एक तो पहला की आएगा, एक ही आएगा, और इधर भी एक ही आएगा। इन्नी गल दसो समझ आई कि नहीं आई? फटाफट दो सारे जने, फटाफट दसो भी ये समझ आया कि नहीं आया? बहुत वधिया सनी, बहुत वधिया। मतलब जेड़े खाली ने उत्थे वही चीज भर दो, बस कहने दा भाव है। ठीक है जी, हुण देखो 4 दूनी 8 एकम 8 मल्टीप्लाई करना है बस। 4 तीये 12 एकम 12, 5 तीये 15 एकम 15, 5 तीये 15 तीये 45। जे आ कटदे हुण तो कट दो, अदरवाइज यही अपना आंसर है। किवें लग्या फटाफट दसो, किवें लग्या भी? हाँ जी समनदीप जी रिपीट कर देने हैं। समनदीप जी ध्यान नाल देखना, आपां नूं 2:3 दे रखा है, फिर 4:5 दे रखा है, फिर 1:3 दे रखा है। तुसी की करना है, तुसी ये देखो कि आपां नूं पता है पहली लाइन दे विच आ दो थां खाली ने, ते इस 3 नूं फड़ लो, बस इस 3 नूं अगे लिख दो 2 वारी 3। इधर की है 4 5 है, इधर भी खाली है तो अगले बन्ने खाली है, तो आपा की करना है, जे इधर 5 है तो अगले बन्ने 5 लिख दो, इधर 4 है तो अगले बन्ने 4 लिख दो, और इधर 1 है तो दोनों बन्ने की लिख दो 1 1 लिख दो। हुण इन्हां नूं आपस च मल्टीप्लाई करा दो, इनू मल्टीप्लाई कराओगे की आएगा, 4 दूनी 8 एकम 8, 4 तीये 12 एकम 12, 5 तीये 15 एकम 15, 5 तीये 15 तीये 45। ओके समनदीप? हुण तुसी कहोगे सर फिर तो असीं आई लाया करिए, नहीं। देखो मैं इन्ना पागल नहीं गा कि मैं तुहानूं ये तीनों चीज़ां क्यों दस रहा, ਇਹਦੇ ਪਿੱਛੇ रीजन है, ਇਹਦੇ ਪਿੱਛੇ रीजन की है वो सुन लो सारे जने। पहला तो ਇਹਦੇ ਪਿੱਛੇ रीजन सिर्फ ये है कि ये आपदी थां ते सही है, ये आपदी थां ते सही है, ये आपदी थां ते सही है। कहण दा भाव ये है कि तुसी जदों क्वेश्चन करोगे, ਜਦੋਂ ਤੁਸੀਂ क्वेश्चन करोगे तो क्वेश्चन ਦੇ ਵਿੱਚ ਤੁਹਾਨੂੰ ਇਹ ਆਪਣੇ ਆਪ ऑब्जर्व हो जाएगा कि जे मैं आ लावांगा तो जल्दी आएगा, जे मैं आ लावांगा तो इस तरीके ਨਾਲ जल्दी आएगा, और जे मैं आ लावांगा तो जल्दी आएगा। क्लियर? ठीक है जी। हुण देखो ध्यान नाल, इधर देखो A B C, अपने कोले की दे रखा है 1:4, इधर 2:5। की करोगे दसो, 4 कित्थे आएगा, 4 कित्थे आएगा, 4 आएगा जी सी दे थल्ले, क्योंकि इधर खाली है, ता भर दो, इधर 2 आएगा क्योंकि इधर खाली है। हुण मल्टीप्लाई कर दो, 2 एकम 2, 4 दूनी 8, 5 चौका 20, सोल्व कर लो, 2 एकम 2, 2 चौके 8, 2 आया 20। दसो भी समझ आ गया सारे नूं? बहुत वधिया परविंदर, ठीक है जी, ये गल सारे नूं समझ आ गई, बहुत ही वधिया। ते ये सीगा जी अपना पहला कंसैप्ट। ये अगे क्वेश्चन आउणगे, ध्यान रखना, अगे क्वेश्चन पक्का आउणगे जिहड़े मैं लिखे हुए ने, आ तुसी पहला समझो बस इस चीज नूं। ते ये है जी अपना पहला बेसिक नॉलेज ऑफ रेशो दे विच तुहाडा जिहड़ा पहला कंसैप्ट है, फर्स्ट कंसैप्ट। इज दैट क्लियर? यानी तुहानू जेकर डायरेक्ट क्वेश्चन पूछे ए बी सी डी दसो, ए बी सी डी ई दसो, ए बी सी दसो, तो तुसी एवें दसना है। हुण गल होंदी है कि सर जी जे उन्हें पूछ लिया सेकंड कंसैप्ट, इन्हें की दिता आपां नूं ए बी सी दा मान दिता, जिवें आपां नूं देता कि जिहड़ा ए बी है, जिहड़ा ए बी है वो देता आपां नूं 4:5, जिहड़ा बी सी है वो देता 2:3, जिहड़ा सी डी है वो देता 1:5, 1:6, ये देता मान लो। और फिर पूछ लिया पता है आपां नूं की,
ਆਪਾਂ ਨੂੰ ਪੁੱਛ ਲਿਆ ਕਿ ਸਾਨੂੰ ਦੱਸੋ ਪਹਿਲੀ ਸੰਖਿਆ ਤੇ ਲਾਸਟ ਸੰਖਿਆ, ਏਡੀ ਪੁੱਛ ਲਿਆ। ਕੀ ਪੁੱਛ ਲਿਆ? ਏਡੀ। ਧਿਆਨ ਰੱਖਣਾ ਇਹ ਇੱਥੇ ਜਿਹੜਾ ਦੱਸ ਰਿਹਾ ਮੈਂ, ਇਹ ਦੱਸ ਰਿਹਾ ਵਾਂ ਫਸਟ ਐਂਡ ਲਾਸਟ, ਫਸਟ ਐਂਡ ਲਾਸਟ। ਇਹਦੇ ਇਲਾਵਾ ਜੇ ਉਹ ਪੁੱਛੇ ਏਸੀ ਦੱਸੋ, ਇਹਦੇ ਇਲਾਵਾ ਉਹ ਪੁੱਛ ਲੇ ਬੀਡੀ ਦੱਸੋ, ਤਾਂ ਤੁਹਾਨੂੰ ਐਵੇਂ ਹੀ ਕਰਨਾ ਪਏਗਾ ਪੂਰਾ ਕੁਐਸਚਨ, ਐਵੇਂ ਹੀ ਕਰਨਾ ਪਏਗਾ ਜਿਵੇਂ ਤੁਸੀਂ ਕਰਕੇ ਆਏ ਹੋ ਡਿਟੋ। ਮਤਲਬ ਤੁਸੀਂ ਕੀ ਕਰੋਗੇ, ਤੁਸੀਂ ए बी बी सी सी डी ਦਿੱਤਾ, ਤੁਸੀਂ ਕੀ ਕਰੋਗੇ ਮੈਨੂੰ ਪਤਾ, ਤੁਸੀਂ ਐਵੇਂ ਕਰੋਗੇ। ਪਹਿਲਾਂ ए बी ਦਾ ਮਾਨ 4:5, बी सी ਦਾ ਮਾਨ 2:3 ਤੇ ਸੀ ਡੀ ਦਾ ਮਾਨ 1:6। ਹੁਣ ਤੁਸੀਂ ਕੀ ਕਰੋਗੇ, ਇੱਥੇ ਵੀ 5 ਲਿਖੋਗੇ, ਇੱਥੇ ਵੀ 5 ਲਿਖੋਗੇ, ਇੱਥੇ 3 ਲਿਖੋਗੇ, ਇੱਥੇ 2 ਲਿਖੋਗੇ, ਇੱਥੇ 1 ਲਿਖੋਗੇ, ਇੱਥੇ ਵੀ 1 ਲਿਖੋਗੇ। ਹੁਣ ਨॉर्मल मल्टीप्लाई करोगे, 4 दूनी 8 एकम 8, 5 दूनी 10 एकम 10, 5 तीय 15 एकम 15, 5 तीय 15 छिक 90। आ लो जी। ਹੁਣ ਤੁਹਾਨੂੰ ਤੁਸੀਂ ਕਹੋਗੇ ਸਰ ਸਾਨੂੰ ਏਡੀ ਪੁੱਛਿਆ, ए ਦਾ मान है जी 8, डी ਦਾ मान है जी 90, ਜੇ ਕੱਟਦਾ ਤਾਂ ਕੱਟ ਦੋ ਜੀ, 2 ਚੌਕੇ 8 ਤੇ 2 45, ਕਿੰਨਾ ਆंसर ਆ ਗਿਆ 4:45। ਕਿੰਨਾ ਆ ਗਿਆ 4:45। ਬਿਲਕੁਲ ਸਹੀ ਹੈ। ਤੁਸੀਂ ਮੈਨੂੰ ਪਤਾ ਤੁਸੀਂ ਐਵੇਂ ਹੀ ਕਰੋਗੇ, ਮੈਨੂੰ ਪਤਾ ਹੈ। ਮਤਲਬ ਮੇਰਾ ਕਹਿਣ ਦਾ ਇਹ ਹੈ ਕਿ ਜਦੋਂ ਏਡੀ ਨਾ ਪੁੱਛਿਆ ਹੋਵੇ ਫਿਰ ਤੁਸੀਂ ਐਵੇਂ ਕਰੋ। ਜਦੋਂ ਏਡੀ ਮਤਲਬ ਪਹਿਲੀ ਸੰਖਿਆ ਔਰ ਲਾਸਟ ਸੰਖਿਆ ਜਦੋਂ ਨਾ ਪੁੱਛੀ ਹੋਵੇ ਫਿਰ ਤੁਸੀਂ ਨॉर्मल ਐਵੇਂ ਹੀ ਕਰੋ। ਔਰ ਫਿਰ ਜਿਵੇਂ ਪੁੱਛ ਲਿਆ ਉਹਨੇ ਏਸੀ ਦੱਸੋ ਤਾਂ 8:15, ਬੀਡੀ ਦੱਸੋ 10:90 यानी 1:9, ਸੀਬੀ ਦੱਸੋ ਤੇ ਜੀ 10:15 ਜਾਂ 15:10, ਫਿਰ ਤੁਸੀਂ ਐਵੇਂ ਦੱਸੋ। ਲੇਕਿਨ ਸੈਲਫ ਮੇਡ ਟ੍ਰਿਕਸ ਆ ਗਈ ਨਾ ਦੁਬਾਰਾ। ਫਿਰ ਇੱਥੇ ਆਪਣੀ ਜਿਹੜੀ ਸੈਲਫ ਮੇਡ ਟ੍ਰਿਕਸ ਲੱਗੇਗੀ ਉਹ ਕੀ ਲੱਗੇਗੀ, ਉਹ ਦੇਖੋ ਧਿਆਨ ਨਾਲ। ਇੱਥੇ ਜਿਹੜੀ ਸੈਲਫ ਮੇਡ ਟ੍ਰਿਕਸ ਲੱਗੇਗੀ ਉਹ ਲੱਗੇਗੀ ਕਿ ਤੁਹਾਨੂੰ ਜਦੋਂ ਪਹਿਲੀ ਔਰ ਲਾਸਟ ਸੰਖਿਆ ਪੁੱਛੇ ਨਾ, ਮੈਂ ਦੱਸਿਆ ਸੀਗਾ ਉਹਦਾ ਮਤਲਬ ਕੀ ਹੁੰਦਾ ਹੈ, ਕੀ ਹੁੰਦਾ ਹੈ, ਮਿਸ਼ਰਾ ਅਨੁਪਾਤ ਹੁੰਦਾ ਹੈ। ਕੀ ਹੁੰਦਾ ਹੈ? ਮਿਸ਼ਰਾ ਅਨੁਪਾਤ ਹੁੰਦਾ ਹੈ ਨਾ। ਕਲੀਅਰ? ਮਿਸ਼ਰਾ ਅਨੁਪਾਤ ਹੁੰਦਾ ਹੈ। ਜਦੋਂ ਮਿਸ਼ਰਾ ਅਨੁਪਾਤ ਕੱਢਣਾ ਹੋਵੇ ਨਾ, ਤੁਸੀਂ ਕੀ ਕਰੋ, ਜਦੋਂ ਤੁਹਾਨੂੰ ਪਹਿਲੀ ਔਰ ਆਖਰੀ ਸੰਖਿਆ ਕੱਢਣੀ ਹੋਵੇ, ਬਸ ਇਹ ਧਿਆਨ ਰੱਖਣਾ, ਪਹਿਲੀ ਸੰਖਿਆ ਔਰ ਆਖਰੀ ਸੰਖਿਆ ਕੱਢਣੀ ਹੋਵੇ ਤਾਂ ਤੁਸੀਂ ਕੀ ਕਰੋਗੇ, ਪਹਿਲੀ ਸੰਖਿਆ ਕਿੰਨੀ ਹੈ 4:5, ਤੁਸੀਂ ਇਹਨੂੰ 4/5 ਲਿਖ ਲਓਗੇ। ਦੂਜੀ ਕੀ ਹੈ 2/3, 2/3 ਲਿਖ ਲਓਗੇ। ਤੀਜੀ ਕੀ ਹੈ 1/6, 1/6 ਲਿਖ। ਕਲੀਅਰ? ਯਾਨੀ ਸਾਰਿਆਂ ਨੂੰ ਬਟਾ ਦੇ ਵਿੱਚ ਲਿਖ ਦੂੰਗੇ। ਹੁਣ ਜਿਵੇਂ ਕੋਈ ਕੱਟਦੀ ਹੈ ਕੱਟ ਦੋ, ਕੋਈ ਵੀ ਰਕਮ ਕੱਟਦੀ ਹੈ ਦੇਖੋ ਧਿਆਨ ਨਾਲ, ਕੱਟ ਰਹੀ ਹੈ ਜੀ 2 एकम 2 ਤੇ 2 ਤੀਏ 6। ਹੋਰ ਕੁਝ ਕੱਟ ਰਿਹਾ ਹੈ? नहीं कट रहा है जी। ऊपर की आएगा 4 एकम 4, थल्ले की आएगा 3 तीए 9, 9 पांजे 45। की आ गया वो बघियार आ गया, बघियार आ गया ना। 4:45 कितना आ गया 4:45। तो दसो भी किवें दे लगी ट्रिक, किवें दे लगी सैल्फ मेड ट्रिक्स की ਜਦੋਂ ਮਿਸ਼ਰਾ ਅਨੁਪਾਤ ਪੁੱਛਿਆ ਹੋਵੇ। ਮਤਲਬ ਪੇਪਰ ਦੇ ਵਿੱਚ ਇਹੋ ਜਿਹਾ ਕੁਐਸਚਨ ਦੇ ਕੇ ਡਾਇਰੈਕਟ ਲਿਖ ਸਕਦਾ ਹੈ मिश्रा अनुपात दसो, ਤਾਂ ਵੀ ਇਹੀ ਲਾਉਣਾ ਹੈ। और ਜਦੋਂ ਪਹਿਲੀ और आखिरी संख्या पूछे ਤਾਂ ਵੀ ਇਹੀ ਲਾਉਣਾ है। आई होप कि ਤੁਸੀਂ मैथ ਨੂੰ ਇੰਜੋਏ ਕਰ ਰਹੇ ਹੋਵੋਗੇ ਬਹੁਤ ਹੀ ਵਧੀਆ ਤਰੀਕੇ ਨਾਲ। थैंक यू परविंदर, थैंक यू, बहुत ਵਧੀਆ भी, थैंक यू तरुण। बस तुसी वेट एंड वॉच करो बस। जिस दिन अपनी मैथ्स बिल्कुल खत्म होएगी ना, ये मेरा वादा है, तुसी क्लास छड्डन तो पहला ये गल जरूर कहोगे सर
एक भी क्वेश्चन ਅਸੀਂ नहीं ਛੱਡ ਸਕਦੇ मैथ ਦਾ पेपर ਦੇ ਵਿੱਚ ਹੁਣ ਅਸੀਂ ਕਰਾਂਗੇ ਕਿਉਂਕਿ ਤੁਸੀਂ ਹੁਣ ਦਿਮਾਗ ਲਾਉਣਾ ਸ਼ੁਰੂ ਕਰ ਦਿੱਤਾ ਹੈ ਪਹਿਲਾਂ ਤੁਸੀਂ ਰਟਦੇ ਸੀ ਪਤਾ ਹੈ ਕੁਐਸਚਨਾਂ ਨੂੰ ਜਦੋਂ ਰਟਿਆ ਜਾਂਦਾ ਹੈ ਨਾ ਫਿਰ ਕੁਐਸਚਨ ਯਾਦ ਮਤਲਬ ਕੁਐਸਚਨ ਕਰ ਨਹੀਂ ਸਕਦੇ ਆਪਾਂ ਜਦੋਂ ਤੱਕ ਤੁਸੀਂ ਉਹਨਾਂ ਦੀ ਥੀਮ ਨੂੰ ਨਹੀਂ ਸਮਝੋਗੇ ਥੀਮ ਤੁਹਾਨੂੰ ਦੱਸਦੀ ਕਿ ਇਹ ਚੀਜ਼ ਇਹੀ ਹੈ ਬਟ ਜਦੋਂ ਆਪਾਂ ਇਹਨੂੰ ਇਸ ਕੁਐਸਚਨ ਦੇ ਵਿੱਚ ਅਨੁਰੂਪ ਕਰਾਂਗੇ ਤਾਂ ਆਹੀ ਚੀਜ਼ ਲਾਉਣੀ ਹੈ ਥੈਂਕ ਯੂ ਪਵਨ ਥੈਂਕ ਯੂ ਇਹੀ ਚੀਜ਼ਾਂ ਤੁਹਾਨੂੰ ਪੇਪਰ ਦੇ ਵਿੱਚ ਕੰਮ ਆਉਣਗੀਆਂ ਔਰ ਮੈਂ ਗੁਜ਼ਾਰਿਸ਼ ਇਹੀ ਕਰਦਾ ਹਾਂ ਸਾਰਿਆਂ ਦੇ ਨਾਲ ਕਿ ਪਲੀਜ਼ ਜੇ ਤੁਸੀਂ बैच ज्वाइन कर रखा है तो प्लीज ये वीडियो ਨੂੰ ਅੱਗੇ ਸਰਕੂਲੇਟ ਨਾ ਕਰਨਾ ਸਿਰਫ ਤੁਸੀਂ ਪੜੋ ਇਸ ਵੀਡੀਓ ਨੂੰ ਰੀਜ਼ਨ ਇਹ ਹੈ ਕਿ ਤੁਸੀਂ ਆਪ ਜਦੋਂ ਕਿਸੇ ਹੋਰ ਨੂੰ ਵੀਡੀਓ ਸੈਂਡ ਕਰਦੇ ਹੋ ਤਾਂ ਤੁਹਾਨੂੰ ਮੈਂ ਗੱਲ ਦੱਸ ਦੇਣਾ ਉਹਦੇ 'ਚ ਤੁਸੀਂ ਆਪ ਦੀ ਕਮੀ ਮਹਿਸੂਸ ਕਰ ਰਹੇ ਹੋ ਕਿਉਂ ਕਿਉਂਕਿ ਤੁਸੀਂ ਉਹੀ ਚੀਜ਼ਾਂ ਉਸ ਬੰਦੇ ਨੂੰ ਵੀ ਦੱਸ ਰਹੇ ਹੋ ਜਿਹੜੀਆਂ ਤੁਹਾਡੀਆਂ ਕਮੀਆਂ ਬਣ ਸਕਦੀਆਂ ਨੇ ਕੰਪੀਟੀਟਰ ਬਣ ਰਹੇ ਹੋ ਤੁਸੀਂ ਅੱਜ ਇੱਕ ਦੂਜੇ ਦੇ ਕੰਪੀਟੀਟਰ ਹੋ ਹਰੇਕ ਬੰਦਾ ਆਪਦੀ ਸਾਈਡ ਨੂੰ ਆਪਦੀ ਜਿਹੜੀ ਥਾਂ ਹੈ ਪੋਜੀਸ਼ਨ ਨੂੰ ਖਿੱਚਣਾ ਚਾਹੁੰਦਾ ਹੈ ਤੇ ਇਸ ਕਰਕੇ ਕਨਸੈਪਟ ਨੂੰ ਸਿੱਖੋ ਤੇ ਆਪ ਲਾਓ ਆਪਦੇ ਰੂਲਸ ਦੇ ਉੱਪਰ ਰੂਲਸ ਲਾਓ ਕਲੀਅਰ ਹੈ ਸੋ ਇਸੇ ਕਰਕੇ ਕੰਪੀਟੀਟਰ ਬਣੋ ਨਾ ਕਿ ਜੈਲਸ ਫੀਲ ਕਰੋ ਕਿ ਉਹ ਮੇਰੇ ਤੋਂ ਅੱਗੇ ਹੈ ਤੁਸੀਂ ਕੰਪੀਟੀਸ਼ਨ ਕਰੋ ਉਹਦੇ ਨਾਲ ਔਰ ਬਿਲਕੁਲ ਫੇਥ ਕੰਪੀਟੀਸ਼ਨ ਕਰੋ ਮੇਰਾ ਵਾਅਦਾ ਹੈ ਤੁਸੀਂ ਪਾਸ ਕਰੋਗੇ ਚਲੋ ਜੀ ਤੇ ਇਹ ਸੀਗਾ ਜੀ ਆਪਣਾ ਤੀਜਾ ਕਨਸੈਪਟ ਜਿਹਦੇ ਵਿੱਚ ਆਪਾਂ ਨੂੰ ਮਿਸ਼ਰਾ ਅਨੁਪਾਤ ਪੁੱਛੇਗਾ ਕੀ ਪੁੱਛੇਗਾ ਮਿਸ਼ਰਾ ਅਨੁਪਾਤ ਪੁੱਛੇਗਾ ਹੁਣ ਚੱਲਦੇ ਹਾਂ ਜੀ ਆਪਾਂ ਆਪਣੀ ਚੌਥੇ ਨੰਬਰ ਕਨਸੈਪਟ ਤੇ ਯਾਨੀ ਚੌਥੇ ਕੁਐਸਚਨ ਤੇ ਕਨਸੈਪਟ ਤੀਜਾ ਕਨਸੈਪਟ ਹਾਂ ਤੀਜਾ ਕਨਸੈਪਟ ਤੀਜਾ ਕਨਸੈਪਟ ਕੀ ਹੈ ਉਹ ਵੀ ਦੇਖ ਲੈਣਾ ਤੀਜਾ ਜਿਹੜਾ ਕਨਸੈਪਟ ਹੈ ਉਹਦੇ ਵਿੱਚ ਤੁਹਾਨੂੰ ਕੁਝ ਇਸ ਤਰੀਕੇ ਦੇ ਕੁਐਸਚਨ ਬਣਨਗੇ ਜਿਵੇਂ ਕਹਿ ਦਿੰਦਾ ਹੈ ਧਿਆਨ ਨਾਲ ਦੇਖਣਾ ਇਹ ਮੈਂ ਸ਼ਾਇਦ ਤੁਹਾਨੂੰ ਕੱਲ ਦੱਸਿਆ ਵੀ ਸੀਗਾ ਇਹ ਮੈਂ ਤੁਹਾਨੂੰ ਕੱਲ ਦੱਸਿਆ ਵੀ ਸੀ ਇਸ ਤਰੀਕੇ ਦੇ ਕਨਸੈਪਟ ਵੇਟ ਕਰਨਾ इस क्वेश्चन ਨੂੰ ਮੇਰੇ ਉੱਪਰ ਦੇਖਣਾ ਪਏਗਾ ਕਿ ਮੈਨੂੰ x + y ਵਾਲੀ ਥੀਮ ਸਮਝ ਨਹੀਂ ਆਉਂਦੀ ਹਾਂਜੀ ਦੇਖੋ ਧਿਆਨ ਨਾਲ ਇਹ ਹੋਇਆ ਕੁਐਸਚਨ ਜਿਵੇਂ ਤੁਹਾਨੂੰ ਕਹਿ ਦਿੱਤਾ a अनुपात b = 2/9 रेशो 1/3 फिर b अनुपात c देता और कितना देता 2/7 ते 5/14 फिर c अनुपात d देता और c अनुपात d कितना देता 3/5 ते 7/10 है ता दसो ABCD की बनेगा क्वेश्चन ਉਹੀ ਪੁੱਛ ਰਿਹਾ ਜਿਹੜੇ ਆਪਾਂ ਪਿੱਛੇ ਕਰਕੇ ਆਏ ਆ ਬਸ ਸਿਰਫ ਕੀ ਬਦਲ ਰਿਹਾ ਹੈ ਉਹਨਾਂ ਦਾ ਲੈਵਲ ਬਦਲ ਰਿਹਾ ਹੈ ਉਹਨਾਂ ਦਾ ਕੀ ਬਦਲ ਰਿਹਾ ਹੈ ਲੈਵਲ ਬਦਲ ਰਿਹਾ ਬਸ ਤਾਂ ਧਿਆਨ ਨਾਲ ਦੇਖਣਾ ਸਾਰੇ ਬੱਚੇ ਇਸ ਕੁਐਸਚਨ ਨੂੰ ਜਦੋਂ ਸੋਲਵ ਕਰਨਾ ਹੈ ਨਾ ਤਾਂ ਆ ਇਹਦਾ ਮਤਲਬ ਹੁੰਦਾ ਹੈ ਡਿਵਾਈਡੇਸ਼ਨ ਹੈ ਨਾ ਆ ਜਿਹੜਾ ਅਨੁਪਾਤ ਹੁੰਦਾ ਇਹਦਾ ਮਤਲਬ ਹੁੰਦਾ ਹੈ ਡਿਵਾਈਡੇਸ਼ਨ ਮੰਨ ਲਓ ਕਿ ਮੈਂ ਕਹਾਂ ਕਿ ਇਹ ਡਿਵਾਈਡੇਸ਼ਨ ਹੈ ਜੇ ਆ ਡਿਵਾਈਡੇਸ਼ਨ ਹੈ ਤਾਂ ਤੁਸੀਂ ਕਹਿ ਸਕਦੇ ਹੋ ਨਾ ਕਿ ਜਦੋਂ ਕਿਸੇ ਡਿਵਾਈਡੇਸ਼ਨ ਤੋਂ ਬਾਅਦ ਕੋਈ ਸੰਖਿਆ ਹੈ ਉਹਨੂੰ ਮਲਟੀਪਲਾਈ ਦੇ ਵਿੱਚ ਕਨਵਰਟ ਕਰਨਾ ਹੈ ਜਦੋਂ ਇੱਥੇ ਮਲਟੀਪਲਾਈ ਦੇ ਵਿੱਚ ਕਨਵਰਟ ਕਰਾਂਗੇ ਤਾਂ ਆ ਜਿਹੜੀ ਸੰਖਿਆ ਹੁੰਦੀ ਹੈ ਉਲਟੀ ਹੋ ਜਾਂਦੀ ਹੈ ਸਹੀ ਹੈ ਨਾ ਵੀ ਜਦੋਂ ਭਾਗ ਤੋਂ ਬਾਅਦ ਜਿਹੜੀ ਸੰਖਿਆ ਹੁੰਦੀ ਹੈ ਉਹ ਮਲਟੀਪਲਾਈ ਵਿੱਚ ਕਨਵਰਟ ਕਰਨ ਵਾਸਤੇ ਉਲਟੀ ਹੋ ਜਾਂਦੀ ਹੈ ਇਹ ਆਪਾਂ ਸਿੱਖਿਆ ਹੋਇਆ ਪਹਿਲਾਂ ਛੋਟੇ ਹੁੰਦੇ ਤਾਂ ਆਪਾਂ ਇਹਨੂੰ 2/9 into 3/1 ਕਹਿ ਸਕਦੇ ਹਾਂ ਉਸੇ ਤਰ੍ਹਾਂ 2/7 into 14/5 ਕਹਿ ਸਕਦੇ ਹਾਂ ਤੇ ਉਸੇ ਤਰ੍ਹਾਂ 3/5 into 10/7 ਕਹਿ ਸਕਦੇ ਹਾਂ ਬਿਲਕੁਲ ਕਹਿ ਸਕਦੇ ਹਾਂ ਹੁਣ ਕੱਟ ਦੋ 3 × 3 3 3 9 यानी अपने कोले आ गया 2/3
इधर कितना आ गया 4/5, इधर कितना आ गया 6/7। कहने का भाव यह होया कि आप ए बी का जोड़ा मान है वो 2/3 रखता, जोड़ा बी सी का मान है वो 4/5 रखता, जोड़ा सी डी का मान है वो 6/7 रखता। यानी कहने का मतलब इनू सोल्व करना आना चाहिए बस तुहानू। हुण जिहड़ा क्वेश्चन बन गया ये उही क्वेश्चन बन गया जिहड़ा तुसी करके आए सी ना की चीज। ए बी का मान कितना है 2:3, बी सी का मान कितना है 4:5 ते सी डी का मान कितना है 6:7। क्लियर। हुण तुसी की रखना आपां वो तुहानू सारिआं नू पता है। इधर कितना आएगा इधर कितना आएगा देख लो ध्यान नाल। 3 3, इधर कितना आएगा 5, इधर कितना आएगा 4, इधर कितना आएगा 6, इधर भी कितना आएगा 6, क्योंकि इधर पूरी जमा आ जाएगी। हुण तुसी सिर्फ मल्टीप्लाई करना है बस। 6 चौक 24 दूना 48, 6 चौक 24 तीय 72, 6 5 30 तीय 90, 7 5 35 तीय 105। हुण तुसी कहने हो सर कि सर असी इनू मल्टीप्लाई करते थोड़ा टाइम लगता है, तो तुहानू थोड़ा जिहा डिस्काउंट एक होर दे देना मैं। डिस्काउंट ये है तुहाडे वास्ते कि तुसी इनू होर अगे भी इनू सोल्व कर सकते हो। किवें तुसी ये सोचो कि इस 2 दे नाल ਇਹਦੇ ਵਿੱਚ ਤਾਂ ਨਹੀਂ ਕੱਟਦਾ, बट इस 2 ਦੇ ਨਾਲ देखो आ 4 ਕੱਟ ਸਕਦਾ है, आ 6 ਕੱਟ ਸਕਦਾ है, लेकिन आ नहीं ਕੱਟ ਸਕਦਾ। मतलब इस 2 ਦੇ ਨਾਲ ਤਿੰਨਾਂ ਦੇ ਵਿੱਚ ਕੋਈ ਕੱਟਦਾ ਹੋਵੇ ਤਾਂ ਫੜੋ ਬਸ ਤੁਸੀਂ। ਦੀ ਜੀ 2 ਦੇ ਨਾਲ ਤਾਂ ਨਹੀਂ ਕੱਟਦਾ। 4 ਦੇ ਨਾਲ देखो 4 ਦੇ ਨਾਲ ਵੀ ਕੋਈ ਨਹੀਂ ਕੱਟਦਾ, 6 ਦੇ ਨਾਲ नहीं ਕੱਟਦਾ। लेकिन जे ਆਪਾਂ ਇੱਥੇ ਰੱਖੀਏ ਕਿੰਨਾ 3 ਰੱਖੀਏ, कितना रखिए 3, आ देखो 3 दूना 6, 3 दूना 6, 3 दूना 6, 3 एकम 3, यानी 3 एक रकम दे नाल तीनों रकमां कटनियां चाहिए ने। होर देखो होर कटदा है नहीं जी, होर नहीं कटदा। हुण देखो 4 दूनी 8 दूनी 16, 4 तीए 12 दूना 24, 5 तीए 15 दूनी 30, 5 7 35। आंसर आ गया। ਤੁਸੀਂ ਕਹੋਗੇ ਸਰ ਇੱਥੇ ਤਾਂ ਆਇਆ ਸੀਗਾ, ਇਹਨੂੰ ਵੀ ਆਪਾਂ ਕੱਟ ਸਕਦੇ। ਦੇਖੋ 3 ਨਾਲ ਕੱਟੂਗੇ ਤਾਂ ਕਿੰਨਾ ਆਏਗਾ 16, इधर 24, इधर 30, इधर 35। दसो आ गया समझ विच। परविंदर जी की कह रहे हो तुसी, मैनूं समझ नहीं आ रहा। परविंदर जी तुसी की कह रहे हो मैनूं समझ नहीं आ रहा, फटाफट दसो। ये कह रहे हैं सी डी 5/3 नहीं होना के क्यों भाई, आपा अगे वाला बदलना है ना। एक देखो मल्टीप्लाई जो होता है तो आ चीज बदली जाती है 3/1, इधर 14/5, ये तो ओही दी ओही रहेगी, तो ओही 3/5 सेम रहेगा और उस तो बाद ये बदला जाएगा 10/7 हो जाएगा। हाँ चेंज बस सिर्फ लास्ट करना है, क्योंकि ये तुहानू छोटे होंदे पता तुसी देखिया नहीं कि छोटे होंदे देखो आप ऐ करते सीगे 7/6 7/9, इधर भाग लिखा ਹੁੰਦਾ ਸੀ 1/4। ਆਪਾਂ ਨੂੰ ਟੀਚਰ ਕਹਿੰਦਾ ਨਹੀਂ ਸੀਗਾ ਭਾਗ ਨੂੰ ਮਲਟੀਪਲਾਈ ਵਿੱਚ ਚੇਂਜ ਕਰੋ, ਆਪਾਂ ਕਹਿੰਦੇ ਸੀਗੇ ਕਿ ਭਾਗ ਨੂੰ ਜਦੋਂ ਮਲਟੀਪਲਾਈ ਵਿੱਚ ਚੇਂਜ ਕਰਨਾ ਹੈ ਤਾਂ ਅਗਲੇ ਵਾਲੀ ਰਕਮ ਪੁੱਠੀ ਹੋ ਜਾਂਦੀ ਹੈ। ठीक है ना, तो वही चीज है। चलो जी ਤਾਂ ਦੱਸੋ ਵੀ ਇਹ ਵੀ ਨਿਯਮ ਸਮਝ ਆ ਗਿਆ ਸਾਰਿਆਂ ਨੂੰ। ਇਹ ਸਾਰੇ ਕੁਐਸਚਨ ਅੱਗੇ ਹੋਣਗੇ ਤੁਸੀਂ ਕਰੋਗੇ, ਮੈਂ ਨਹੀਂ ਕਰੂੰਗਾ, ਧਿਆਨ ਰੱਖਣਾ। ਇਹ ਗੱਲ ਧਿਆਨ ਰੱਖਿਓ ਸਾਰੇ ਜਣੇ। ਇਹ ਗੱਲ ਸਮਝ ਆ ਗਈ ਸਾਰਿਆਂ ਨੂੰ। गुड, बहुत बढ़िया। चलो जी ये सीगा अपना तीजा कंसेप्ट।
ਜਿਹਦੇ ਵਿੱਚ ਇਹੋ ਜੀ ਰਕਮ ਆਊਗੀ ਤਾਂ ਆਪਾਂ ਨੂੰ ਅਗਲੇ ਵਾਲੀ ਰਕਮ ਨੂੰ ਪੁੱਠਾ ਕਰ ਦੇਣਾ ਮਲਟੀਪਲਾਈ ਦੇ ਵਿੱਚ। ਕਲੀਅਰ। ਹੁਣ ਚੱਲਦੇ ਆ 5ਵੇਂ ਨੰਬਰ ਕੁਐਸਚਨ ਤੇ। ਜਿਹੜਾ 5ਵਾਂ ਨੰਬਰ ਕੁਐਸਚਨ ਹੈ ਯਾਨੀ ਕਨਸੈਪਟ ਨੰਬਰ ਚੌਥਾ, ਜਿਹੜਾ ਚੌਥਾ ਨੰਬਰ ਕਨਸੈਪਟ ਹੈ ਉਹ ਕੀ ਕਹਿੰਦਾ ਹੈ ਉਹ ਵੀ ਧਿਆਨ ਨਾਲ ਦੇਖਣਾ। ਕੁਝ ਐਵੇਂ ਦਾ ਹੈ, A ਦਾ, ਇਹ ਆਪਾਂ ਕੱਲ ਕੀਤਾ ਸੀ, ਆ ਗਈ ਗੱਲ ਸਮਝ। ਇਹ ਆਪਾਂ ਕੱਲ ਕੀਤਾ ਸੀ ਨਾ ਕੁਐਸਚਨ, A ਦਾ 60% ਬਰਾਬਰ ਹੈ B ਦੇ 3/4 ਦੇ, ਤਾਂ ਦੱਸੋ A ਅਨੁਪਾਤ B ਦਾ ਕੀ ਮਾਨ ਹੋਏਗਾ। ਹੁਣ ਇੱਥੇ ਤੁਹਾਡਾ ਦਿਮਾਗ ਕੰਮ ਕਰਨਾ ਚਾਹੀਦਾ ਹੈ, ਬਸ ਇਹ ਧਿਆਨ ਰੱਖਣਾ। ਦਿਮਾਗ ਕੀ ਕਿ ਜਿਹੜੀ ਗੱਲ ਤੁਹਾਨੂੰ ਦੱਸੀ ਹੋਈ ਹੈ ਉਹ ਤੁਸੀਂ ਲਾ ਸਕਦੇ ਹੋ ਇੱਥੇ। ਧਿਆਨ ਨਾਲ ਸਾਰੇ ਜਣਾਂ ਦੀ ਨਿਗਾਹ ਇੱਥੇ ਹੋਣੀ ਚਾਹੀਦੀ ਹੈ। A ਦਾ 60% ਦਿੱਤਾ ਹੈ, ਤੁਸੀਂ ਇਸ 60% ਨੂੰ 60% ਰਹਿਣ ਦਿਓ, ਠੀਕ ਹੈ। ਯਾਨੀ ਇਹਨੂੰ ਤੁਸੀਂ ਐਵੇਂ ਲਿਖ ਦਿਓ A into 60% ਬਰਾਬਰ, ਤੇ ਆ ਜਿਹੜਾ 3/4 ਹੈ ਤੁਸੀਂ ਇਹਨੂੰ ਪਰਸੈਂਟੇਜ ਦੇ ਵਿੱਚ ਕਨਵਰਟ ਕਰ ਸਕਦੇ ਹੋ ਨਾ। ਜਦੋਂ ਤੁਸੀਂ 3/4 ਨੂੰ ਪਰਸੈਂਟੇਜ ਵਿੱਚ ਕਨਵਰਟ ਕਰੋਗੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ 3/4 ਦਾ ਮਤਲਬ ਹੁੰਦਾ ਹੈ 75%। ਕਿੰਨਾ ਹੁੰਦਾ ਹੈ 75, ਕਿਉਂਕਿ 1/4 ਬਰਾਬਰ 25 ਹੁੰਦਾ ਹੈ ਤੇ 3/4 ਬਰਾਬਰ 75। ਇਹ ਤੁਹਾਡੇ ਦਿਮਾਗ 'ਚ ਹੋਣਾ ਚਾਹੀਦਾ ਹੈ। ਤੇ ਮੈਂ ਇਹਨੂੰ ਕਹਿ ਸਕਦਾ B into 75 ਕਹਿ ਸਕਦਾ। ਯਾਨੀ ਇੱਥੇ ਮੈਂ ਦਿਮਾਗ ਲਾਇਆ, ਸਿਰਫ ਇਹ ਸੋਚਿਆ ਕਿ ਪਰਸੈਂਟੇਜ ਦੇ ਵਿੱਚ ਕਨਵਰਟ ਕਰਾਂ। ਕਿਉਂ ਕਨਵਰਟ ਕਰਾਂ, ਕਿਉਂਕਿ ਪਰਸੈਂਟੇਜ ਜੇ ਰਾਊਂਡ ਫਿਗਰ ਬਣ ਰਿਹਾ ਤਾਂ ਪਰਸੈਂਟੇਜ ਦੇ ਵਿੱਚ ਮੈਂ ਲਿਖੂੰਗਾ। ਹੁਣ ਜੇ ਇੱਥੇ ਪਰਸੈਂਟੇਜ ਬਣਦਾ ਹੁੰਦਾ 37 ਸਹੀ 1/2, ਨਹੀਂ ਫੇਰ ਨਹੀਂ ਮੈਂ ਚੱਕਦਾ ਪਰਸੈਂਟੇਜ ਨੂੰ। ਮੈਨੂੰ ਪਤਾ ਸੀਗਾ ਵੀ ਇੱਥੇ 60% ਹੈ ਤੇ ਇੱਥੇ 3/4 ਦਾ ਮਤਲਬ ਹੁੰਦਾ ਹੈ 75%, ਤੇ ਮੈਂ ਇਹਨੂੰ ਦੋਨਾਂ ਨੂੰ ਪਰਸੈਂਟੇਜ ਦੇ ਵਿੱਚ ਕਨਵਰਟ ਕਰ ਲਿਆ। ਹੁਣ ਦੇਖੋ 15 ਚੌਕ 60, 15 5 75, यानी मेरे को आया 4A बराबर 5B आ गया। कल तुहानू दस्या सीगा मैं जदों ਇਹੋ जी कंडीशन होंदी है बराबर वाली, तो बराबर वाली कंडीशन दे विच ਇਹਦਾ मान आ ਹੁੰਦਾ है, ਇਹਦਾ मान आ ਹੁੰਦਾ है, दस्या सी ना, जस्ट अपोजिट ਹੁੰਦਾ है। ਇਹ ਗੱਲ ਧਿਆਨ ਰੱਖਣਾ। ਤੇ ਇਹਦਾ मान आ गया जी 5 ਤੇ B ਦਾ मान आ गया 4। दसो भी ਇਹ ਗੱਲ समझ आई कि नहीं आई सारिਆਂ ਨੂੰ। ਇਹ ਗੱਲ ਸਮਝ ਆ ਗਈ ਸਾਰਿਆਂ ਨੂੰ ਕਿ ਮੈਂ ਇਹਨੂੰ ਪਰਸੈਂਟੇਜ ਦੇ ਵਿੱਚ ਰੱਖਿਆ, ਕਿਉਂ, ਕਿਉਂਕਿ ਪਰਸੈਂਟੇਜ ਰਾਉਂਡ ਫਿਗਰ ਜਾ ਰਿਹਾ ਸੀਗਾ, ਇਸ ਕਰਕੇ ਮੈਂ ਦੋਨੋਂ ਰਾਉਂਡ ਫਿਗਰ ਸੀ ਇਸ ਕਰਕੇ ਰੱਖਿਆ। ਹੁਣ ਇਹਨੂੰ ਮੈਂ ਇੱਕ ਹੋਰ ਤਰੀਕਾ ਵਾ, ਉਹ ਇੱਕ ਤਰੀਕਾ ਜਿਹੜਾ ਲੱਗ ਸਕਦਾ ਉਹ ਕਿੱਥੇ ਲੱਗ ਸਕਦਾ ਹੈ ਵੀ ਜੇ ਰਾਉਂਡ ਫਿਗਰ 'ਚ ਪਰਸੈਂਟੇਜ ਨਾ ਹੁੰਦਾ ਤਾਂ ਤੁਸੀਂ ਉਹਨੂੰ ਕਰੋਗੇ ਫ੍ਰੈਕਸ਼ਨ। ਇਹ ਕਿਹੜਾ ਸੀਗਾ ਪਰਸੈਂਟੇਜ ਬੇਸ, ਹੁਣ ਤੁਸੀਂ ਕਰੋਗੇ ਫ੍ਰੈਕਸ਼ਨ ਬੇਸ। ਦੇਖੋ ਧਿਆਨ ਨਾਲ 60% ਨੂੰ ਫ੍ਰੈਕਸ਼ਨ ਦੇ ਵਿੱਚ ਕੀ ਕਵਾਂਗੇ, 60% ਨੂੰ ਫ੍ਰੈਕਸ਼ਨ ਦੇ ਵਿੱਚ ਕਵਾਂਗੇ 3/5 ਕਵਾਂਗੇ ਨਾ। ਔਰ ਆਪਾਂ ਨੂੰ ਪਤਾ ਹੈ ਕਿ ਇਹ 60% ਦਾ मान है, B ਦਾ ਆਪਾਂ ਨੂੰ ਵੈਸੇ 3/4 ਕਿਆ ਰੱਖਿਆ ਹੈ, ਯਾਨੀ ਆਪਾਂ ਕਵਾਂਗੇ A ਦਾ 3/4 ਬਰਾਬਰ ਹੈ ਕਿਹਦੇ, A ਦਾ 3/5 A ਦਾ 3/5 B ਦੇ 3/4 ਦੇ ਬਰਾबर है। ਆ ਲਓ ਜੀ। ਹੁਣ ਤੁਸੀਂ ਕੀ ਕਰਨਾ ਹੈ, ਹੁਣ ਤੁਸੀਂ ਸਿਰਫ ਔਰ ਸਿਰਫ ਦੇਖੋ ਇਹਨੂੰ ਐ ਲਿਖੋਗੇ 3A/5 इधर 3B/4 3B/4। ਹੁਣ ਤੁਸੀਂ ਕੀ ਕਰ ਸਕਦੇ, ਦੇਖੋ ਤੁਹਾਨੂੰ ਪਤਾ ਹੈ ਬਰਾਬਰ ਦੇ ਵਿੱਚ ਜਦੋਂ ਐਵੇਂ ਫ੍ਰੈਕਸ਼ਨ ਵਿੱਚ ਸੰਖਿਆ ਹੁੰਦੀ ਹੈ ਤਾਂ ਤੁਸੀਂ ਇਸ 3 ਦੇ ਨਾਲ ਆ 3 ਕੱਟ ਸਕਦੇ ਹੋ ਨਾ, ਥੱਲੇ ਵਾਲੇ ਨਾਲ ਕਦੀ ਨਹੀਂ ਕੱਟੇਗਾ ਬਰਾਬਰ ਦੇ ਵਿੱਚ, ਇਹ ਗੱਲ ਧਿਆਨ ਰੱਖਣਾ। ਥੱਲੇ ਵਾਲੇ ਦੇ ਨਾਲ ਨਹੀਂ ਕੱਟੇਗਾ, ਕੱਟੇ ਕਿਹਦੇ ਨਾਲ, ਉੱਪਰ ਵਾਲੇ ਜੇ ਬਰਾਬਰ ਹੋਣ ਤਾਂ ਉੱਪਰ ਵਾਲੇ ਕੱਟ ਜਾਣਗੇ, ਥੱਲੇ ਵਾਲੇ ਬਰਾਬਰ ਹੋਣ ਥੱਲੇ ਵਾਲੇ ਕੱਟ ਜਾਣਗੇ। ਯਾਨੀ ਆਪਣੇ ਕੋਲੇ ਬਚਿਆ ਕੀ
a बटा 5 बराबर b बटा 4 ਐਵੇਂ ਵੀ ਤੁਸੀਂ ਕਰ ਸਕਦੇ ਹੋ ਜਾਂ ਫਿਰ ਤੁਸੀਂ ਐਵੇਂ ਵੀ ਕਰ ਸਕਦੇ ਹੋ ਇਹਨੂੰ ਵਜਰ ਗੁਣਾ ਕਰਕੇ ਐਵੇਂ 3a बटा 5 3b बटा 4 4 तीय 12 यानी 12a 5 तीय 15 15b ਐਵੇਂ ਵੀ ਕਰ ਸਕਦੇ ਹੋ ਤੁਹਾਡੀ ਮਰਜ਼ੀ ਹੈ ਵੀ ਫਿਰ ਇਹਨੂੰ ਕੱਟਣਾ ਪਏਗਾ ਬਸ 3 ਚੌਕ 12 3 5 15 4a ਬਰਾਬਰ ਕਿੰਨਾ ਆ ਗਿਆ 5b a ਦਾ ਮਾਨ ਕਿੰਨਾ ਹੁੰਦਾ ਹੈ 5 ਤੇ b ਦਾ ਮਾਨ ਕਿੰਨਾ ਹੁੰਦਾ ਹੈ 4 ਆ ਗਿਆ ਨਾ ਉਸੇ ਤਰ੍ਹਾਂ ਇੱਥੇ ਆਓ ਹੁਣ ਜਦੋਂ ਤੁਸੀਂ ਐਵੇਂ ਕਰ ਲੈਨੇ ਹੋ ਕਿ ਉੱਪਰ ਵਾਲੀ ਰਕਮ ਕੱਟ ਗਈ ਜੀ ਜੋ ਤੁਹਾਡੇ ਕੋਲੇ ਇਹੋ ਜੀ ਸਿਚੁਏਸ਼ਨ ਬਣੇ ਇਹ ਗੱਲ ਧਿਆਨ ਰੱਖਣਾ ਹੈ ਬਹੁਤ ਇੰਪੋਰਟੈਂਟ ਅੱਗੇ ਆਏਗੀ ਮੋਸਟ ਇੰਪੋਰਟੈਂਟ ਹੈ ਵੀ ਇਹ ਚੀਜ਼ ਅੱਗੇ ਆਏਗੀ ਧਿਆਨ ਨਾਲ ਦੇਖ ਲੈਣਾ ਜਦੋਂ ਐਵੇਂ ਦਾ ਬਣ ਜੇ a ਬਟਾ 5 ਬਰਾਬਰ b ਬਟਾ ਵੀ ਜਦੋਂ ਐਵੇਂ ਬਣੇ ਫੇਰ ਤਾਂ ਤੁਸੀਂ ਕਹਿਣਾ a ਦਾ ਮਾਨ ਆ ਹੈ ਤੇ b ਦਾ ਮਾਨ ਆ ਹੈ ਫੇਰ ਤਾਂ ਐਵੇਂ ਕਰੋ यानी ਤੁਸੀਂ ਇਹਨੂੰ ਵਜਰ ਗੁਣਾ ਕਰੋਗੇ ਤਾਂ ਬੋਲੋਗੇ ਨਾ 4a ਬਰਾਬਰ 5b ਉਹੀ ਚੀਜ਼ ਬਣ ਜਾਏਗੀ ਲੇਕਿਨ ਜਦੋਂ ਤੁਸੀਂ ਇੱਥੇ ਬੈਠੇ ਬੈਠੇ ਆਨਸਰ ਦੇਣਾ ਹੈ ਤੇ ਯਾਦ ਰੱਖਣਾ ਕਿ ਜਦੋਂ a ਬਟਾ 5 ਯਾਨੀ ਉੱਪਰ ਅੱਖਰ ਹੋਵੇ ਥੱਲੇ ਸੰਖਿਆ ਹੋਵੇ ਔਰ ਉਹ ਬਰਾਬਰ ਹੋਵੇ ਕਿਸੇ ਹੋਰ ਐਵੇਂ ਇਸੇ ਥੀਮ ਦੇ ਤਾਂ ਆਪਾਂ ਕਹਿ ਦਾਂਗੇ ਵੀ a ਅਨੁਪਾਤ b ਦਾ ਜਿਹੜਾ ਮਾਨ ਹੈ ਨਾ ਉਹ ਇਹੀ ਆਏਗਾ a ਦਾ ਮਾਨ ਕਿੰਨਾ ਆਏਗਾ 5 ਤੇ b ਦਾ ਮਾਨ ਕਿੰਨਾ ਆਏਗਾ 4 ਇਹ ਛੋਟੀ ਛੋਟੀ ਨਿਯਮਾਂ ਨੇ ਛੋਟੇ ਛੋਟੇ ਰੂਲ ਨੇ ਇਹ ਤੁਸੀਂ ਯਾਦ ਕਰ ਲਓ ਇਹ ਬਹੁਤ ਕੰਮ ਆਉਣਗੇ ਅੱਗੇ ਕਿਉਂਕਿ ਰੇਸ਼ੋ ਦਾ ਜੇ ਤੁਸੀਂ ਸਾਰੇ ਕਨਸੈਪਟ ਸਿੱਖ ਲੈਣਾ ਜਿਹੜੇ ਮੈਂ ਦੱਸੂਗਾ ਉਹ ਕਨਸੈਪਟ ਦੇ ਬੇਸ ਤੇ ਹੀ ਕੁਐਸਚਨ ਆਏਗਾ ਤੁਹਾਡੇ ਪੇਪਰ ਦੇ ਵਿੱਚ ਦੱਸੋ ਬਈ ਦੋਨੋਂ ਥੀਮ ਸਮਝ ਆ ਗਈ ਵੀ ਤੁਸੀਂ ਐਵੇਂ ਵੀ ਬਣਾ ਸਕਦੇ ਹੋ ਤੇ ਐਵੇਂ ਵੀ ਬਣਾ ਸਕਦੇ ਹੋ ਫ੍ਰੈਕਸ਼ਨ ਬੇਸ ਵੀ ਤੁਸੀਂ ਸਮਝਣਾ ਹੈ ਤੇ ਪਰਸੈਂਟੇਜ ਬੇਸ ਵੀ ਸਮਝਣਾ ਹੈ ਕਿਉਂਕਿ ਪੇਪਰ ਦੇ ਵਿੱਚ ਦੋਨੋਂ ਥੀਮਸ ਲੱਗ ਸਕਦੀਆਂ ਨੇ ਸਮਝ ਆਇਆ ਕਿ ਨਹੀਂ ਆਇਆ ਫਟਾਫਟ ਦੱਸ ਦਿਓ फटाफट दसो भी ठीक है मतलब फ्रैक्शन बेस दे विच तुसी आ चीज कर सकते हो ते परसेंटेज बेस विच तुसी आ कर सकते हो ये तो है जी अपना पहला यानी कि चौथे कंसेप्ट दे विच अपना 5 नंबर क्वेश्चन भी इहो जिहा क्वेश्चन अगर आवे ते ये दो तरीके नाल कंडक्ट कर सकते हैं आप जिवें एक क्वेश्चन होर देखो तुहाडे पेपर दे विच आया होया की आया सीगा देखियो क्वेश्चन आया सीगा a बराबर b दा 4/5 ਅਤੇ b बराबर c दा 5/2 ਤਾਂ a b c ਦੱਸੋ ਇਹ ਪੁੱਛ ਲਿਆ ਆਪਾਂ ਨੂੰ ਤਾਂ ਆਪਾਂ ਨੂੰ a b c ਦੱਸੋ ਹੁਣ ਦੇਖੋ ਧਿਆਨ ਨਾਲ ਇੱਥੇ ਕੀ ਕਰਨਾ ਹੈ ਆਪਾਂ ਨੂੰ ਕਿਹਾ ਗਿਆ ਹੈ ਕਿ a ਬਰਾਬਰ ਹੈ b ਦਾ 4/5 ਹੈ ਨਾ ਇਹਨੂੰ ਮੈਂ ਥੋੜਾ ਅਗਲੇ ਪੇਜ ਤੇ ਲਿਖਦਾ ਰੁਕੋ ਇੱਕ ਵਾਰੀ ਇਸ ਕੁਐਸਚਨ ਨੂੰ ਮੈਂ ਅਗਲੇ ਪੇਜ ਤੇ ਲਿਖਦਾ ਕੀ ਕਿਹਾ ਗਿਆ ਆਪਾਂ ਨੂੰ a ਬਰਾਬਰ b ਦਾ 4/5 ਅਤੇ b बराबर c ਦਾ 5/2 ਤਾਂ ਆਪਾਂ ਨੂੰ ਦੱਸਣਾ ਹੈ a b c ਦੱਸੋ ਹਾਂਜੀ ਹੁਣ ਦੇਖੋ ਸਾਰੇ ਜਣੇ ਧਿਆਨ ਨਾਲ ਆਪਾਂ ਕੀ ਕਵਾਂਗੇ ਇਹਨੂੰ ਐਵੇਂ ਕਵਾਂਗੇ a ਬਰਾਬਰ 4b/5 ਇਹੀ ਕਵਾਂਗੇ ਇਹਨੂੰ ਕੀ ਕਵਾਂਗੇ b बराबर 5c/2 यही कहांगे ना a बराबर 4b/5 ਤੇ b बराबर 5c/2 ਹੁਣ ਤੁਸੀਂ ਕੀ ਕਹੋਗੇ ਦੇਖੋ ਇਹਨੂੰ ਤੁਸੀਂ ਨਾਰਮਲ ਸੋਚੋ ਦੇਖੋ ਇੱਕ ਗੱਲ ਧਿਆਨ ਨਾਲ a ਦੇ ਨਾਲ ਮਲਟੀਪਲਾਈ ਕਰੋਗੇ ਆਪਣੇ ਕੋਲੇ ਆਏਗਾ 5a बराबर 4b इधर की आएगा 2b बराबर 5c
ਹੁਣ ਤੁਸੀਂ ਆਪ ਸੋਚੋ, ਆਪਾਂ ਕਿੰਨਾ ਕੁਝ ਪਿੱਛੇ ਸਿੱਖ ਕੇ ਆਏ ਆ, ਉਹ ਹੌਲੀ ਹੌਲੀ ਬਣਦਾ ਉਹੀ ਹੈ, ਪਰ ਕੁਐਸਚਨ ਦੇਖੋ ਕਿੰਨਾ ਚੇਂਜ ਲਿਖ ਦਿੰਦਾ ਆਪਣੇ ਸਾਹਮਣੇ। ਹੁਣ ਇਹ ਆ ਗਿਆ ਜੀ 5a ਬਰਾਬਰ 4b, ਇਧਰ ਆ ਗਿਆ 2b ਬਰਾਬਰ 5c। ਹੁਣ ਤੁਹਾਨੂੰ ਇਹਨੂੰ ਸੋਲਵ ਕਰਨਾ ਹੈ, ਹੁਣ ਤੁਸੀਂ ਇਹਨੂੰ ਸੋਲਵ ਕਿਵੇਂ ਕਰੋਗੇ ਉਹ ਦੇਖੋ ਤੁਸੀਂ ਧਿਆਨ ਨਾਲ। ਤੁਹਾਨੂੰ ਪੁੱਛਿਆ ਕੀ ਗਿਆ, ABC ਦਾ ਮਾਨ ਦੱਸਣਾ ਹੈ ਜੀ। ਆ ਲਓ ਜੀ A B C, ਧਿਆਨ ਨਾਲ ਦੇਖੋ A ਦਾ मान ਕੀ ਹੈ 4, ਆ ਲਓ ਜੀ। B ਦਾ मान ਕਿੰਨਾ ਹੈ ਜੀ 5, ਇਧਰ ਆ ਜਾਓ, ਇਧਰ B ਦਾ मान ਕਿੰਨਾ ਹੈ ਜੀ 5 ਤੇ C ਦਾ मान ਕਿੰਨਾ ਹੈ 2। ਹੁਣ ਆਪਾਂ ਨੂੰ ਅੱਗੇ ਕੁਝ ਕਰਨ ਦੀ ਲੋੜ ਨਹੀਂ, ਕਿਉਂ? ਕਿਉਂਕਿ ਆਪਾਂ ਤਾਂ B ਨੂੰ ਬਰਾਬਰ ਹੀ ਕਰਦੇ ਸੀ ਔਰ ਆਪਾਂ ਨੂੰ ਇਹਨੇ ਬਰਾਬਰ ਹੀ ਦੇਤਾ, ਤਾਂ ਆਪਣਾ ਉੱਤਰ ਕੀ ਆ ਗਿਆ 4:5:2। 4:5 ਕਿੰਨਾ ਦੇਤਾ 2 ਦੇਤਾ। ਦੱਸੋ ਵੀ ਆਈ ਗੱਲ ਸਮਝ ਚ ਕਿ ਨਹੀਂ ਆਈ, ਥੀਮ ਸਮਝ ਆਇਆ ਕਿ ਨਹੀਂ ਆਇਆ? ਔਰ ਇਹ ਤੁਹਾਡੇ ਵਾਸਤੇ ਬਹੁਤ ਇੰਪੋਰਟੈਂਟ ਹੈ ਆ ਚੀਜ਼। ਦੇਖੋ ਲਾਸਟ ਵਿੱਚ ਇਹੀ ਬਣਿਆ ਹੋਈ ਨਾ, ਜਿਹੜਾ ਆਪਾਂ ਸ਼ੁਰੂ ਤੋਂ ਸਿੱਖਦੇ ਆਏ ਆ, ਇਹ ਚੀਜ਼ ਆਪਣੀ ਨਾਲ ਦੀ ਨਾਲ ਜੁੜਦੀ ਰਹੇਗੀ, ਧਿਆਨ ਰੱਖਣਾ। ਕਲੀਅਰ ਹੈ? ਤਾਂ ਆ ਚੀਜ਼ ਧਿਆਨ ਰੱਖਣਾ ਕਿ ਜਦੋਂ ਬਰਾਬਰ ਦੇ ਵਿੱਚ ਰਕਮ ਹੋਵੇ ਤੇ ਇਹਦਾ मान ਉਹ ਹੋਏਗਾ ਔਰ ਇਹਦਾ मान ਇਧਰ ਵਾਲਾ ਹੋਏਗਾ। ਤਾਂ 6 ਕੁਐਸਚਨ ਸਮਝ ਆਏ ਸਾਰਿਆਂ ਨੂੰ? ਬਹੁਤ ਵਧੀਆ ਤਰੀਕੇ ਦੇ ਨਾਲ, ਵੀ ਬਹੁਤ ਵਧੀਆ। ਠੀਕ ਹੈ ਜੀ। ਉਸ ਤੋਂ ਬਾਅਦ ਇੱਕ ਤੁਹਾਡੇ ਕੁਐਸਚਨ ਪੇਪਰ ਵਿੱਚ ਇਹ ਵੀ ਆਉਂਦਾ ਹੈ, ਧਿਆਨ ਨਾਲ ਦੇਖਣਾ, ਕਿ 2a ਬਰਾਬਰ 5b ਬਰਾਬਰ 4c ਬਰਾਬਰ 3d ਹੋਵੇ ਤਾਂ ਦੱਸੋ ABCD ਦਾ मान ਕੀ ਹੋਏਗਾ? ਇਹ ਵੀ ਕੁਐਸਚਨ ਤੁਹਾਡੇ ਪੇਪਰ ਵਿੱਚ ਆਇਆ ਹੋਇਆ ਹੈ, ਐਵੇਂ ਵੀ ਕਿ ਸਾਰਾ ਕੁਝ ਬਰਾਬਰ ਚ ਦੇਤਾ ਔਰ ਫੇਰ ਪੁੱਛ ਲਿਆ ਆਪਾਂ ਨੂੰ ਕਿ ABCD ਦਾ मान ਦੱਸੋ। ਪਹਿਲਾਂ ਆਪਾਂ ਕਰਾਂਗੇ ਨਾਰਮਲ ਲੌਜਿਕ, ਫੇਰ ਕਰਾਂਗੇ ਜਿਹੜੀ ਮੇਰੇ ਦੁਆਰਾ ਸੈਲਫ ਮੇਡ ਟ੍ਰਿਕ ਬਣਾਈ ਗਈ ਹੈ। ਠੀਕ ਹੈ ਜੀ, ਇਹ ਆਪਣੀ ਅੱਜ ਦੀ ਲਾਸਟ ਸ਼ਾਇਦ ਕੁਐਸਚਨ ਹੋ ਸਕਦਾ ਹੈ, ਕਿਉਂਕਿ ਟਾਈਮ ਹੋਣ ਵਾਲਾ 8:15। ਦੇਖੋ ਧਿਆਨ ਨਾਲ, ਇਹਨੂੰ ਕਿਵੇਂ ਕਰਨਾ ਆਪਾਂ। ਇਹਨੂੰ ਇੱਕ ਤਰੀਕਾ ਤਾਂ ਉਹੀ ਜਿਹੜਾ ਆਪਾਂ ਕਰਦੇ ਆਏ ਆ, A B C D। A ਦਾ मान ਕਿੰਨਾ ਹੈ 5, B ਦਾ मान ਕਿੰਨਾ ਹੈ 2, ਸਹੀ ਹੈ। ਹੁਣ ਦੁਬਾਰਾ ਫੇਰ B ਦਾ मान ਕਿੰਨਾ ਹੈ 4 ਤੇ C ਦਾ मान ਕਿੰਨਾ ਹੈ 5। ਫੇਰ ਇਧਰ ਦੇਖੋ C ਦਾ मान ਕਿੰਨਾ ਹੈ 3 ਤੇ D ਦਾ मान ਕਿੰਨਾ ਹੈ 4। ਇੰਨੀ ਗੱਲ ਸਮਝ ਆਈ ਕਿ ਨਹੀਂ ਆਈ? ਇਹ ਦੱਸੋ ਮੈਂ ਕੀ ਕੀਤਾ। ਮੈਂ ਇਹਨੂੰ ਐਵੇਂ ਬੋਲਿਆ 2a ਬਰਾਬਰ 5b, 5b ਬਰਾਬਰ 4c, 4c ਬਰਾਬਰ 3d, ਐਵੇਂ ਬੋਲਿਆ ਮੈਂ, ਤੇ ਮੈਂ ਆ ਚੀਜ਼ ਬਣਾ ਲਈ ਨਾ। ਹੁਣ ਮੈਨੂੰ ਪਤਾ ਹੈ ਜੀ ਅੱਗੇ ਤਾਂ ਮੈਨੂੰ ਸੋਲਵ ਕਰਨਾ ਆਉਂਦਾ ਹੈ, ਆ ਦੇਖੋ ਇਧਰ 2 ਇਧਰ 2 इधर 5 इधर 4 इधर 3 इधर 3। ਹੁਣ ਮਲਟੀਪਲਾਈ ਕਰ ਦੋ, 5 ਚੌਕ 20, 20 ਤੀਆ 60, 4 दूनी 8, 8 ਤੀਆ 24, 5 दूनी 10 ਤੀਆ 30, 5 ਚੌਕ 20 दूना 40, 60 24 30 40 आ गया। ਇਹਨੂੰ ਸੋਲਵ ਕਰ ਲਓ, ਸੋਲਵ ਕਰੋਗੇ ਤਾਂ ਕਿੰਨਾ ਆਏਗਾ ਦੇਖ ਲਓ। ਇਹਨੂੰ ਕੱਟ ਦਿੰਨੇ ਆਪਾਂ 2 ਨਾਲ ਕੱਟ ਦਿੰਨੇ ਆ, 30 12 10 3 ਨਾਲ ਤਾਂ ਕੱਟੇਗਾ ਹੀ ਨਹੀਂ, हाँ 2 ਨਾਲ ਕੱਟ ਰਹੇ ਸੀ ਨਾ, रुको मैं 3 ਨਾਲ ਕੱਟਦਾ। इधर आ गया 15, भी 2 30 ਤੇ ਗਿਆ, 2 12 ਤੇ ਗਿਆ, 2 15 ਤੇ ਗਿਆ, 2 20 ਤੇ ਗਿਆ, ਹੋਰ ਅੱਗੇ ਨਹੀਂ ਜਾਂਦਾ। यानी मेरा आंसर की आ गया 30 12 15 20, 30 12 15 20। यानी ਇਹ ਤਾਂ ਹੈ ਲੌਜਿਕ, ਵੀ ਲੌਜਿਕ ਤਾਂ ਉਹੀ ਚੱਲੇਗਾ ਜਿਹੜਾ ਆਪਾਂ ਸਿੱਖਦੇ ਆਏ ਆ। ਸੈਲਫ ਮੇਡ ਟ੍ਰਿਕਸ ਇਹ ਹੈ ਵੀ ਤੁਸੀਂ ਆਪਦੇ ਬੇਸ ਨੂੰ ਆਪਦੇ ਅਕੋਰਡਿੰਗ ਚਲਾ ਸਕਦੇ ਹੋ। ਕਿਵੇਂ? ਦੇਖੋ
ਤੁਹਾਨੂੰ ਲਿਖਿਆ ਕੀ ਹੋਇਆ 2a ਬਰਾਬਰ 5b ਬਰਾਬਰ 4c ਬਰਾਬਰ 3d। ਤੁਸੀਂ ਕੀ ਕਰੋ ਇਹਨੂੰ ਐ ਲਿਖ ਲਓ, ਦੇਖੋ ਧਿਆਨ ਨਾਲ 2 5 4 ਤੇ 3 ਲਿਖ ਲਿਆ। ਐਵੇਂ ਸਿੱਧਾ ਲਿਖ ਦੋ, यानी ए ਦਾ मान है, ए b ਦਾ मान है, ए c ਦਾ मान है, ए d ਦਾ मान है। ਲਿਖਤਾ। ਹੁਣ ਤੁਸੀਂ ਕੀ ਕਰੋ ਇਹਦਾ ਐਲਸੀਐਮ ਕੱਢੋ। ਐਲਸੀਐਮ ਲੈਣਾ ਕੱਢਿਆ ਹੋਇਆ ਨਾ, ਤੁਹਾਨੂੰ ਦੱਸਿਆ ਹੋਇਆ ਮੈਂ ਐਲਸੀਐਮ ਕਿਵੇਂ ਲੈਣੇ ਆ। 5 2 4 ਤੇ 3 ਦਾ ਐਲਸੀਐਮ ਕੀ ਆਏਗਾ ਜੇ ਆਪਾਂ ਐਲਸੀਐਮ ਪੁੱਛੀਏ ਤਾਂ ਆਪਾਂ ਨੂੰ ਪਤਾ ਹੈ ਜੀ ਸਰ ਐਲਸੀਐਮ ਲੈ ਲੈਣੇ ਆ ਜੀ ਇੱਥੇ 60 ਲੈ ਲੈਣੇ ਆਪਾਂ। ਕਿੰਨਾ ਲੈ ਲੈਣੇ ਆ 60। ਸਹੀ ਹੈ। ਜੇ ਮੈਂ ਇੱਥੇ 60 ਲੈ ਲਾਂ ਤਾਂ ਆ ਲਓ ਜੀ 60 ਲਿਖਤਾ। ਐਲਸੀਐਮ ਕਿੰਨਾ ਲਿਆ 60। ਜੇ ਤੁਹਾਨੂੰ ਲੱਗਦਾ ਹੈ ਕਿ ਨਹੀਂ ਸਰ ਅਸੀਂ ਐਲਸੀਐਮ ਵੀ ਨਹੀਂ ਲੈ ਸਕਦੇ, ਤੁਸੀਂ ਇਹਨਾਂ ਸਾਰੀਆਂ ਸੰਖਿਆ ਨੂੰ ਆਪਸ ਵਿੱਚ ਮਲਟੀਪਲਾਈ ਕਰ ਦਿਓ ਸਾਰਿਆਂ ਨੂੰ। 5 ਚੌਕ 20 30 60 ਦੂਣੀ 120 ਇੱਥੇ 120 ਲਿਖ ਦਿਓ, ਬਸ ਗੱਲ ਖਤਮ। ਤੁਹਾਡੀ ਮਰਜ਼ੀ ਹੈ। ਮੈਂ ਐਲਸੀਐਮ ਲਿਆ। ਹੁਣ ਤੁਸੀਂ ਕੀ ਕਰਨਾ ਹੈ ਇਸ ਐਲਸੀਐਮ ਨੂੰ ਕੱਟਣਾ ਹੈ, ਬਸ ਕੱਟਣਾ ਹੈ। ਕੱਟੋ ਚਲੋ। 2 ਕਿੰਨੇ ਤੇ ਗਿਆ 30 ਤੇ, 5 ਕਿੰਨੇ ਤੇ ਗਿਆ 12 ਤੇ, 4 ਕਿੰਨੇ ਤੇ ਗਿਆ 15 ਤੇ, 3 ਕਿੰਨੇ ਤੇ ਗਿਆ 20 ਤੇ। ਦੱਸੋ ਵੀ ਕਿਵੇਂ ਦੀ ਲੱਗੀ ਸੈਲਫ ਮੇਡ ਟ੍ਰਿਕਸ। 30 12 15 20 ਆ ਗਿਆ ਕਿ ਨਹੀਂ ਆਇਆ। ਤੁਹਾਨੂੰ ਯਾਦ ਰੱਖਣਾ ਪਏਗਾ ਬਸ ਕਿ ਜਦੋਂ ਇਹੋ ਜਿਹੀ ਥੀਮ ਬਣੇਗੀ ਨਾ ਤਾਂ ਮੈਂ ਹਮੇਸ਼ਾ ਐਵੇਂ ਹੀ ਕਰਾਂਗਾ, ਮੈਂ ਹਮੇਸ਼ਾ ਐਵੇਂ ਹੀ ਕਰਾਂਗਾ। फटाफट दसो भी, टाइम होने वाला है, जल्दी दसो। क्लियर है, बहुत बढ़िया। ਹੁਣ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਣਾ, ਉਹ ਵੀ ਸੈਲਫ ਮੇਡ ਹੀ ਹੈ। ਵੀ ਕਈ ਬੱਚੇ ਕਹਿੰਦੇ ਸਰ ਸਾਨੂੰ ਐਲਸੀਐਮ ਲੈਣਾ ਨਹੀਂ ਆਉਂਦਾ, ਸਰ ਅਸੀਂ ਕੀ ਕਰੀਏ। ਵੀ ਹਾਲਾਂਕਿ ਮੈਂ ਸਿਖਾ ਦਿੱਤਾ, ਮੈਨੂੰ ਪਤਾ ਹੈ ਮੇਰੇ ਸਟੂਡੈਂਟ ਨੂੰ ਤੁਹਾਨੂੰ ਐਲਸੀਐਮ ਲੈਣਾ ਆਉਂਦਾ ਹੋਏਗਾ, ਤੁਹਾਨੂੰ ਆਉਂਦਾ ਹੋਏਗਾ। ਹੁਣ ਇੱਕ ਸੈਲਫ ਮੇਡ ਤੁਹਾਨੂੰ ਹੋਰ ਦੱਸ ਦੇਣਾ ਟ੍ਰਿਕ। ਕੀ ਕਰੋਗੇ ਤੁਸੀਂ 2 5 4 ਤੇ ਲਿਖਿਆ ਹੈ ਨਾ, ਇਹ ਕੁਐਸਚਨ ਆਇਆ, ਇਹ ਕੱਲ ਕਰਾਂਗੇ ਆਪਾਂ ਅੱਜ ਨਹੀਂ ਕਰਾਂਗੇ। ਦੇਖੋ ਧਿਆਨ ਨਾਲ ਤੁਸੀਂ ਕੀ ਕਰਿਓ, ਧਿਆਨ ਨਾਲ ਸਾਰੇ ਦੇਖੋ। मैं लिखा 2, इन्वर्टर में लिख लेने आप। मैं की लिखा 2 5 4 3 ਇਹ ਲਿਖਿਆ ਨਾ ਮੈਂ। ਜਦੋਂ ਵੀ ਇਹੋ ਜਿਹਾ ਕੁਐਸਚਨ ਆਵੇ ਤੁਸੀਂ ਪੇਪਰ ਦੇ ਵਿੱਚ ਬੈਠੇ ਬੈਠੀ ਐਲਸੀਐਮ ਲੈਣ ਦੀ ਵੀ ਲੋੜ ਨਹੀਂ ਹੈ। ਹੋਰ ਦੱਸੋ ਐਲਸੀਐਮ ਵੀ ਲੈਣ ਦੀ ਲੋੜ ਨਹੀਂ। ਤੁਸੀਂ ਕੀ ਕਰੋ ਸਾਰੇ ਜਣੇ ਦੇਖੋ, ਤੁਹਾਨੂੰ ਆ ਪਤਾ ਹੈ ਵੀ a ਦਾ मान है। एक बार रुको, मैंने ना थोड़ा साफ कर लेने दो क्योंकि हमें मजा नहीं होता। वेट करो एक बार, इन्हें निपटा देने आप। अपने कोले ए रकम सी की सी अपने कोले 2 5 4 ਤੇ 3। ਇਹ ਆਪਾਂ a ਮੰਨਿਆ ਸੀ, ਇਹ ਆਪਾਂ b ਮੰਨਿਆ ਸੀ, ਇਹ ਆਪਾਂ c ਮੰਨਿਆ ਸੀ ਤੇ ਇਹ ਆਪਾਂ d ਮੰਨਿਆ ਸੀ। ਤੁਸੀਂ ਕੀ ਕਰੋ ਜਦੋਂ ਵੀ ਤੁਹਾਨੂੰ ਇਹੋ ਜਿਹੇ ਪ੍ਰਸ਼ਨ ਦੇ ਵਿੱਚ a ਦਾ मान ਕੱਢਣਾ ਹੈ ਨਾ, ਜਦੋਂ ਵੀ ਤੁਹਾਨੂੰ a ਦਾ मान ਕੱਢਣਾ ਹੈ ਨਾ, ਤੁਸੀਂ ਕੀ ਕਰੋ ਇਹਨੂੰ ਛੁਪਾ ਲਓ, ਇਹਨੂੰ ਛੁਪਾ ਲਓ ਆਪਦੇ। ਇਹਦੇ ਉੱਤੇ ਉਂਗਲੀ ਰੱਖੋ ਤੁਸੀਂ ਸਾਰੇ ਜਣੇ, ਇਸ 2 ਦੇ ਉੱਤੇ ਉਂਗਲੀ ਰੱਖੋ। ਰੱਖ ਲਈ। ਉਂਗਲੀ ਰੱਖਣ ਤੋਂ ਬਾਅਦ ਤੁਸੀਂ ਦੇਖੋ ਤੁਹਾਨੂੰ ਦਿਖ ਰਿਹਾ ਇੱਕ ਤਾਂ 5 ਇੱਕ 4 ਤੇ ਇੱਕ ਦਿਖ ਰਿਹਾ 3। ਇਹਨੂੰ ਮਲਟੀਪਲਾਈ ਕਰ ਦਿਓ ਆਪਸ ਵਿੱਚ। 5 ਚੌਕ 20 20 30 60 ਆ ਲਓ ਜੀ, ਇੱਥੇ 60 ਲਿਖ ਦਿਓ। ਲਿਖਤਾ। ਹੁਣ ਤੁਸੀਂ ਕਹਿੰਦੇ ਸਰ ਮੈਨੂੰ b ਕੱਢਣਾ ਹੈ ਤੇ b ਦੇ ਉੱਤੇ ਉਂਗਲੀ ਰੱਖ ਲਓ। b ਦੇ ਉੱਤੇ ਉਂਗਲੀ ਰੱਖ ਲਈ। ਹੁਣ ਤੁਹਾਨੂੰ ਕੀ ਦਿਖ ਰਿਹਾ ਹੈ 2 4 ਤੇ 3 ਗੁਣਾ ਕਰ ਦਿਓ। 4 ਦੂਣੀ 8 8 ਤੀਏ 24 ਆ ਲਓ ਜੀ। ਹੁਣ ਤੁਹਾਨੂੰ ਕੀ ਦਿਖ ਰਿਹਾ c ਨੂੰ ਛੁਪਾ ਲਓ, यानी c ਦੇ ਉੱਤੇ ਉਂਗਲੀ ਰੱਖ ਲਓ। ਰੱਖ ਲਈ। ਤੁਹਾਨੂੰ ਦਿਖ ਰਿਹਾ 5 2 3 5 ਦੂਣੀ 10 ਤੀਏ 30। ਤੁਸੀਂ ਕਹਿੰਦੇ ਸਰ d ਨੂੰ ਛੁਪਾ ਲਓ। 5 ਚੌਕ 20 20 ਦੂਣਾ 60 20 ਦੂਣਾ 40 ਆ ਲਓ ਜੀ, ਆ ਗਿਆ ਨਾ। ਹੁਣ ਦੱਸੋ ਕਿਵੇਂ ਦਾ ਲੱਗਿਆ, ਹੁਣ ਦੱਸੋ ਕਿਵੇਂ ਲੱਗਿਆ। ਮਾਈਂਡ ਬਲੋਇੰਗ ਲੱਗਿਆ ਕਿ ਨਹੀਂ ਲੱਗਿਆ ਕਿ ਅਸੀਂ ਬਿਨਾ ਐਲਸੀਐਮ ਦੇ ਵੀ ਉੱਤਰ
बैठे बैठे स्क्रीन नूं देखते देखते कट सकते हैं उत्तर। समझ आ गया ना जी गल दसी मैं। ਤੁਸੀਂ ਜਦੋਂ ਵੀ ਇਹੋ ਜਿਹਾ ਕੁਐਸਚਨ ਦੇਖੋਗੇ ਅੱਗੇ ਬਹੁਤ ਕੰਮ ਆਏਗਾ। ਇਹ ਜਿਹੜਾ ਨਿਯਮ ਦੱਸਿਆ ਨਾ, ਇਹ SICI ਦੇ ਵਿੱਚ ਸਭ ਤੋਂ ਜ਼ਿਆਦਾ ਲੱਗੇਗਾ। ਇਹਨੂੰ ਬੋਲਿਆ ਜਾਂਦਾ ਹੈ, ਪਤਾ ਕੀ, ਇਹਨੂੰ ਬੋਲਿਆ ਜਾਂਦਾ ਲੁਕਣ ਮਿਚੀ ਰੂਲ। ਲੁਕਣ ਮਿਚੀ ਖੇਲਣੀ ਹੈ ਵੀ ਜਦੋਂ A ਨੂੰ ਕੱਢਣਾ ਹੈ ਤੇ A ਨੂੰ ਛੁਪਾ ਲਓ। A ਨੂੰ ਛੁਪਾ ਲਿਆ ਤੇ ਜਿਹੜਾ ਤੁਹਾਨੂੰ ਦੇਖ ਰਿਹਾ ਉਹਨੂੰ ਲੱਭਣਾ ਨਾ, ਆਪਾਂ ਉਹਨੂੰ ਮਲਟੀਪਲਾਈ ਕਰ ਦਿਓ। ਥੈਂਕ ਯੂ ਸਨੀ, ਥੈਂਕ ਯੂ। ਚਲੋ ਬੱਚਿਓ, ਅੱਜ ਦਾ ਜਿਹੜਾ ਲੈਕਚਰ ਹੈ ਆਪਾਂ ਇੱਥੇ ਸਮਾਪਤ ਕਰਦੇ ਹਾਂ। ਕੱਲ ਆਪਾਂ ਮਿਲਾਂਗੇ ਕੁਝ ਇਹੋ ਜਿਹੇ ਪ੍ਰਸ਼ਨਾਂ ਦੇ ਨਾਲ, ਠੀਕ ਹੈ ਜੀ। ਕੱਲ ਆਪਾਂ ਸਟੈਪ ਨੰਬਰ ਪਹਿਲੇ ਦੇ ਕੁਐਸਚਨ ਕਰਾਂਗੇ। ਕੱਲ ਬਹੁਤ ਕੁਐਸਚਨ ਨੇ ਜਿਹੜੇ ਆਪਾਂ ਬਣਾਏ ਸੀਗੇ ਅੱਜ, ਠੀਕ ਹੈ ਜੀ। ਇਹ ਆਪਾਂ ਕੱਲ ਕਰਾਂਗੇ। ਓਕੇ ਆਲ ਆਫ ਯੂ, ਮਿਲਦੇ ਹਾਂ ਇੱਕ ਨਵੇਂ ਸੈਸ਼ਨ ਦੇ ਵਿੱਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਰੱਬ ਰਾਖਾ, ਧੰਨਵਾਦ। ਔਰ ਜਿਹੜਾ ਨਵਾਂ ਟੌਪਿਕ ਆਪਣਾ ਰੀਜ਼ਨਿੰਗ ਦੇ ਵਿੱਚ ਉਹ ਕੈਲੰਡਰ ਚੱਲ ਰਿਹਾ ਹੈ, ਤੇ ਕੈਲੰਡਰ ਆਪਾਂ ਕੰਪਲੀਟ ਕਰਾਂਗੇ। ਓਕੇ, ਠੀਕ ਹੈ ਜੀ। ਆਲ ਆਫ ਯੂ, ਸਾਰਿਆਂ ਨੂੰ ਧੰਨਵਾਦ।